स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ, ਇਹ ਸਭ ਜਾਣਦੇ ਨੇ, ਪਰ ਇਹ ਨਸ਼ਿਆਂ ਦਾ ਮੁੱਦਾ ਇੱਕ ਹੋਰ ਵੀ ਅਹਿਮ ਮੁੱਦਾ ਹੈਗਾ ਜਿਹੜਾ ਸਿਆਸਤ ਤੇ ਭਖਦਾ ਦਿਖਾਈ ਦਿੰਦਾ, ਕਿਉਂਕਿ ਹਾਲ ਹੀ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਲਗਭਗ 1.5 ਸਾਲ ਪਹਿਲਾਂ, ਉਹ ਵੀ ਇਹ ਕਿਹਾ ਗਿਆ ਸੀ ਕਿ ਨਸ਼ਿਆਂ ਦੀ ਭੇਂਟ ਚੜੀ ਹੈ ਪਿਛਲੀ ਸਰਕਾਰ। पर जो नवी सरकार बनी सी तो यह कहा गया सी कि दिनां दे विच ही नशा मुक्त पंजाब कर दिता जाएगा, पर उस तो बाद कई गल्लां फिर घूम फिर के सामने आने लग गई कि किस तरह नशे की दलदल तो पंजाब नूं कढ़िया जा सकता है, कि नशे का बदल नशा हो सकता है। कुछ सियासी आगुओं वालों ये हुंगारा भरिया गया कि नशे का बदल नशा हो सकता है। जिहड़ियां रवायती नशे ने उन्होंने जेकर असीं दोबारा शुरू कर दिंदे आ तां सिंथैटिक नशे नूं खत्म किया जा सकता है। रवायती नशे जानलेवा नहीं ने, इस करके पंजाब नूं इस जानलेवा नशिਆਂ ਦੀ दलदल ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਪਰ ਕੁਝ ਸਵਾਲ ਇਹ ਵੀ ਨੇ ਕਿ ਕੀ ਨਸ਼ੇ ਨੂੰ ਖਤਮ ਕਰਨ ਲਈ ਸਿਰਫ ਨਸ਼ਾ ਹੀ ਆਪਸ਼ਨ ਹੈ, ਕੋਈ ਹੋਰ ਆਪਸ਼ਨ ਨਹੀਂ ਹੈਗਾ। ਜਦੋਂ ਰਾਜਸਥਾਨ ਦੇ ਵਿੱਚ ਨਸ਼ੇ ਦੀ ਖੇਤੀ ਹੁੰਦੀ ਹੈ ਤਾਂ ਕਿੰਨਾ ਕੁ ਨਸ਼ਾ ਤੋਂ ਅਲੱਗ ਹੋ ਗਿਆ ਰਾਜਸਥਾਨ, ਜਾਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆਉਂਦਾ ਉਸ ਤੋਂ ਕਿੰਨਾ ਕੁ ਬਚਿਆ ਰਿਹਾ ਪੰਜਾਬ, ਇਹ ਵੀ ਇੱਕ ਵੱਡਾ ਸਵਾਲ ਹੈਗਾ। ਔਰ ਵੱਡਾ ਸਵਾਲ ਇਹ ਵੀ ਹੈ कि सरकार का जिहड़ा प्लान, सरकार का जिहड़ा एजेंडा सी, वो सिर्फ यही सी कि नशे दे बदल दे विच नशा आना चाहिए, क्योंकि इसका हुंगारा एक कैबिनेट मंत्री ने भरिया। उस तो बाद हुण सवाल ये खड़े होण लग गए ने कि वाकई हुण असीं ये तैयारी कर लईए कि नशे नूं कड्ढण दे लई एक नशा होर पैदा करना पैना, तां ही ये नशा छड्डिया जा सकदा। साडे नाल खास मेहमान ने, सब तो पहला जाण पछाण फिर अगे वधदे हां। जंगवीर सिंह जी मौजूद ने, बुलार ने श्रोमणी अकाली दल दे, परविंदर सिंह लापरा साहब जनरल सकत्तर ने पंजाब यूथ कांग्रेस से, डॉक्टर जगदीप सिंह जी मैंबर ने पंजाब ड्रग सलाहकार बोर्ड के, साडे नाल जगतार सिंह संघेड़ा साहब सूबा सकत्तर ने आम आदमी पार्टी के, प्रभजोत सिंह जी कार्यकारी संपादक ने पीटीसी न्यूज़ से। बहुत बहुत स्वागत है सारे मेहमानों का। मैं शुरुआत डॉक्टर जगदीप सिंह जी तुहाडे तो ही करांगा। लंबे समय तो पंजाब इस दलदल दे विच फसिया होया, इस वड्डी प्रॉब्लम नाल जूझ रहा है, पर इस दे नाल ही एक सैमल्टेनियस सियासी माहौल भी सिरजा जाता है। वार वार इस ते सियासी टकोरां कीतियां जांदियां ने कि नशे दे लई फलानी पार्टी जिम्मेवार है, नशे लई फलानी पार्टी जिम्मेवार है, पार्टी ने कीता नहीं, सरकार ने कीता नहीं, तां करके पंजाब दा माहौल ये बन गया। कि ये असीं मन के चलीए कि हुण नशे नूं खत्म करन दे लई सिर्फ ते सिर्फ नशा ही बदल रह गया, विकल्प सिर्फ नशा? ये गल नहीं, ਆਪਾਂ ਇਸ ਗੱਲ ਨਾਲ ਸਹਿਮਤ ਨਹੀਂ ਹੈ ਵੀ ਨਸ਼ਾ ਤਾਂ ਵੈਸੇ ਹੀ ਮੁਕਤ ਹੋਣਾ ਚਾਹੀਦਾ ਹੈ, ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਹੈ ਜੀ। ਜੇ ਅਸੀਂ ਜਿਹੜੀਆਂ ਹੈਬਿਟ ਫਾਰਮਿੰਗ ਡਰੱਗਸ ਹੈ ਜਾਂ ਸਿੰਥੈਟਿਕ ਡਰੱਗਸ ਹੈ ਉਹਨਾਂ ਤੋਂ ਹਟਾ ਕੇ ਆਪਾਂ ਅਫੀਮ ਤੇ ਲੈ ਜਾਈਏ ਤਾਂ ਉਹਦਾ ਫਾਇਦਾ ਕੀ ਹੋਊਗਾ ਜਾ ਕੇ? ਜੇ ਨਸ਼ੇ 'ਚ ਹੀ ਰਹਿਣਾ ਲੋਕਾਂ ਨੇ ਔਰ ਆਪਣੀ ਪ੍ਰੋਡਕਟਿਵਿਟੀ ਖਤਮ ਕਰ ਲੈਣੀ ਹੈ, ਆਪਣੀ ਸਭ ਕੁਝ ਖਤਮ ਕਰ ਲੈਣਾ ਹੈ, ਆਪਣੀ ਵੈਲਥ ਖਤਮ ਕਰ ਲੈਣੀ ਹੈ, ਤਾਂ ਇੱਕ ਨਸ਼ੇ ਤੋਂ ਦੂਜੇ ਨਸ਼ੇ ਤੇ ਲੈ ਗਏ, ਉਹਦਾ ਕੀ ਫਾਇਦਾ ਹੋਊਗਾ? ਉਹਦਾ ਤਾਂ ਕੋਈ ਡਾਕਟਰ ਸਾਹਿਬ ਤਰਕ ਇਹ ਦਿੱਤਾ ਜਾਂਦਾ ਕਿ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਜਾਨਲੇਵਾ ਨੇ, ਪਰ ਜਿਹੜੇ ਪਰੰਪਰਾਗਤ ਡਰੱਗਸ ਨੇ ਉਹ ਜਾਨਲੇਵਾ ਨਹੀਂ ਨੇ। ਇਹ ਗੱਲ ਠੀਕ ਹੈ ਜੀ, ਜਾਨਲੇਵਾ ਨਹੀਂ ਹੈ, ਬਾਕੀ ਕੀ ਛੱਡੂਗਾ ਤੁਹਾਡਾ? ਅਫੀਮ ਤੁਹਾਡੇ ਬਾਕੀ ਕੀ ਛੱਡੂਗੀ? ਤੁਹਾਡੇ ਕੋਈ ਮੁਫਤ ਆ ਜੂਗੀ ਅਫੀਮ? ਕੋਈ ਉਹ ਤੁਹਾਡਾ ਟਾਈਮ ਸੇਵ ਕਰ ਦੂਗੀ? ਕੋਈ ਤੁਹਾਨੂੰ ਨਸ਼ੇ ਤੋਂ ਜਿਵੇਂ ਨਸ਼ੇ ਤੋਂ ਬਗੈਰ ਰਹਿਣ ਦੀ ਕੋਈ ਦੇ ਦੂਗੀ, ਉਹ ਢੰਗ ਦੇ ਦੂਗੀ ਵੀ ਤੁਸੀਂ ਪ੍ਰੋਡਕਟਿਵ ਹੋ ਸਕੋ? ਇਹ ਤਾਂ ਚੀਜ਼ਾਂ ਨਹੀਂ ਨਾ ਹੋ ਸਕਦੀਆਂ। ਇਹ ਠੀਕ ਹੈ ਵੀ ਫੀਮ ਦੇ ਵਿੱਚ ਔਰ ਸਿੰਥੈਟਿਕ ਨਸ਼ੇ ਦੇ ਵਿੱਚ ਇਹ ਫਰਕ ਹੈਗਾ, ਇਹ 'ਚ ਕੋਈ ਡਾਊਟ ਨਹੀਂ ਹੈ, ਪਰ ਕੀ ਨਸ਼ੇ ਦਾ ਥਾਂ ਤੇ ਇੱਕ ਨਸ਼ਾ ਦੂਜੇ ਨੂੰ ਰਿਪਲੇਸ ਕਰੇ ਤੇ ਇਹਦੇ ਵਿੱਚ ਆਪਾਂ ਕਿੱਦਾਂ ਸਹਿਮਤ ਹੋ ਜਾਈਏ? ਕੋਈ ਆਫਟਰ ਆਲ ਜਿਹੜੀ ਜਨਰੇਸ਼ਨ ਸਾਡੀ ਬਰਬਾਦ ਹੋ ਰਹੀ ਹੈ ਨਸ਼ਿਆਂ ਦੇ ਵਿੱਚ, ਉਹ ਕੀ ਉਹ ਇਸ ਗੱਲ ਨਾਲ ਸੁਧਰ ਥੋੜੋ ਜਾਊਗੀ? ਵੀ ਮਤਲਬ ਤੁਸੀਂ ਇਹਨੂੰ ਛੱਡ ਕੇ ਦੂਜਾ ਨਸ਼ਾ ਕਰਨ ਲੱਗ ਜਾਓ, ਫਿਰ ਉਹਦੇ ਪਿੱਛੇ ਲੱਗ ਜਾਓ ਕਿ ਫੀਮ ਭੁੱਕੀ ਕਿਵੇਂ ਛੁੱਟੇਗੀ, ਫਿਰ ਕੋਈ ਹੋਰ ਬਦਲ ਲੱਭਿਆ ਜਾਵੇ। ਇਹ ਇੱਕ ਵੱਡਾ ਸਵਾਲ ਜ਼ਰੂਰ ਹੈਗਾ। ਲਾਪਰਾ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹਨਾ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹਦੀ ਹਮਾਇਤ ਕੀਤੀ ਹੈ ਕਿ ਰਵਾਇਤੀ ਨਸ਼ੇ ਸ਼ੁਰੂ ਹੋਣੇ ਚਾਹੀਦੇ ਨੇ। ਡਾਕਟਰ ਗਾਂਧੀ ਨੇ ਵੀ ਕਿਹਾ, ਔਰ ਮੋਦੀ ਵੀ ਉਹਨਾਂ ਨੇ ਹਮਾਇਤ ਕੀਤੀ ਹੈ। ਉਦਾਹਰਨ ਉਹਨਾਂ ਨੇ ਆਪਣੇ ਪਰਿਵਾਰ ਤੋਂ ਹੀ ਦਿੱਤੀ ਹੈ ਕਿ ਮੇਰੇ ਚਾਚਾ ਜੀ ਤਾਏ ਜਿਹੜੇ ਨੇ ਉਹ ਅਫੀਮ ਖਾਂਦੇ ਸੀ, ਉਹਨਾਂ ਦੀ ਉਮਰ ਬਹੁਤ ਲੰਬੀ ਹੋ ਗਈ। ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਨੂੰ ਲੱਗਦਾ ਕਿ ਅਸਰ ਪਾਉਂਦੀਆਂ ਨੇ? ਮਤਲਬ ਇਹ ਤੈਅ ਮੰਨ ਕੇ ਚੱਲੀਏ ਕਿ ਹੁਣ ਸਰਕਾਰ, ਤੁਹਾਡੀ ਸਰਕਾਰ ਹੈ, ਉਹ ਹੁਣ ਇਸ ਰਵਾਇਤ ਵੱਲ ਚੱਲਣ ਵਾਲੀ ਹੈ ਕਿ ਪੁਰਾਣੇ ਨਸ਼ੇ ਲਿਆ ਕੇ ਲੋਕਾਂ ਨੂੰ ਦਿੱਤੇ ਜਾਣ? ਹਰਪ੍ਰੀਤ ਜੀ, ਗੱਲ ਐਵੇਂ ਹੈ ਕਿ ਤੁਸੀਂ ਵੀ ਅਕਸਰ ਇਹ ਸੁਣਿਆ, ਪੁਰਾਣਿਆਂ ਦੀ ਕਹਾਵਤ ਹੈ, ਲੋਹੇ ਨੂੰ ਲੋਹਾ ਹੀ ਕੱਟਦਾ। ਜਿਹੜਾ ਸਿੰਥੈਟਿਕ ਨਸ਼ਾ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਿਹਾ, ਪੰਜਾਬ ਦੀਆਂ ਜੜ੍ਹਾਂ ਤੱਕ ਪਹੁੰਚ ਚੁੱਕਿਆ, ਜਦੋਂ ਤੱਕ ਆਪਾਂ ਕਿਸੇ ਚੀਜ਼ ਨੂੰ ਇੱਕਦਮ ਬੰਦ ਕਰਨਾ, ਉਹਦਾ ਆਪਾਂ ਕੋਈ ਬਦਲ ਨਹੀਂ ਦੇਵਾਂਗੇ। ਜੇ ਆਪਾਂ ਦੇਖੀਏ ਜਿਹੜੀ ਆਪਾਂ ਨੂੰ ਦਵਾਈਆਂ ਦਿੰਨੇ ਆ ਆਪਾਂ ਨਸ਼ਾ ਛੁਡਾਉਣ ਨੂੰ, ਆਪਾਂ ਰੀਹੈਬਿਲਿਟੇਸ਼ਨ ਸੈਂਟਰ 'ਚ ਕਿਸੇ ਨੂੰ ਪਾਈਏ ਜੀ, ਉਥੋਂ ਐਡਨੋਕ ਦੀ ਗੋਲੀ ਦੇ ਦਿੰਦੇ ਆ। ਐਡਨੋਕ ਟੋਟਲੀ ਕੰਟੇਨਸ ਬੂਪਰੀਨੋਰਫਿਨ। ਬੂਪਰੀਨੋਰਫਿਨ ਵੀ ਫਿਰ ਇੱਕ ਹੈਬਿਟ ਫਾਰਮਿੰਗ ਸਬਸਟੈਂਸ ਹੈ। ਅਫੀਮ ਹੈ ਜਿਹੜੀ ਓਪੀਅਮ, ਜਿਹੜੀ ਕਿ ਪਹਿਲਾਂ ਵੀ ਪੰਜਾਬ 'ਚ ਬਹੁਤ ਚੱਲਦੀ ਰਹੀ, ਆਪਣੇ ਬਜ਼ੁਰਗ ਖਾਂਦੇ ਰਹੇ ਤੇ ਉਹਨੇ ਪ੍ਰੋਡਕਟਿਵਿਟੀ ਸਗੋਂ ਕੰਮ ਦੀ ਵਧਾਈ ਹੈ। ਅਫੀਮ ਨੇ ਨਾ ਤਾਂ ਅੱਜ ਤੱਕ ਕਿਸੇ ਨੇ ਕਿਹਾ ਵੀ ਅਫੀਮ ਨਾਲ ਕਿਸੇ ਦੀ ਕਿਡਨੀ ਫੇਲ ਹੁੰਦੀ ਹੈ,
ਨਾ ਅਫੀਮ ਨਾਲ ਕਿਸੇ ਦਾ ਲਿਵਰ ਖਰਾਬ ਹੁੰਦਾ, ਪਰ ਇਹਨੂੰ ਇੱਕ ਕੰਟਰੋਲਡ ਮੈਨਰ ਵਿੱਚ ਜਿਹੜੇ ਕਿ ਨਸ਼ੇ ਦੇ ਆਦੀ ਨੇ ਲੋਕ, ਉਹਨਾਂ ਦੇ ਇੱਕ ਪ੍ਰੋਪਰ ਕਾਰਡ ਬਣਨ, ਉਹਨਾਂ ਨੂੰ ਹੀ ਮੁਹੱਈਆ ਕਰਾਈ ਜਾਏ। ਇਹਨਾਂ ਨੂੰ ਕੀ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਤੁਸੀਂ ਹੁਣੇ ਖੁਦ ਹੀ ਕਿਹਾ ਕਿ ਅਸੀਂ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉੱਥੇ ਦਵਾਈਆਂ ਉਪਲਬਧ ਨੇ, ਦਵਾਈਆਂ ਦੇਣ ਦੀ ਬਜਾਏ ਤੁਸੀਂ ਨਸ਼ੇ ਵੱਲ ਜ਼ਿਆਦਾ ਜ਼ੋਰ ਕਿਉਂ ਦੇ ਰਹੇ ਹੋ? ਦਵਾਈਆਂ ਦੇ ਕੇ ਨਸ਼ਾ ਛਡਾਇਆ ਨਹੀਂ ਜਾ ਸਕਦਾ। ਨਹੀਂ, ਪਤਾ ਕੀ ਹੈ ਜੀ, ਇੱਕ ਜਦੋਂ ਬਾਡੀ ਨੂੰ ਨਸ਼ੇ ਦੀ ਆਦਤ ਪੈ ਜਾਂਦੀ ਹੈ ਤਾਂ ਉਹਨੂੰ ਨਸ਼ਾ ਹੌਲੀ ਹੌਲੀ ਘਟਾ ਕੇ ਉਹਦੇ ਨਾਲ ਹੀ ਖਤਮ ਕਰਨਾ ਪੈਣਾ। ਤੇ ਉਹ ਦਵਾਈਆਂ ਹੈ ਨਾ ਉਹਦੇ ਲਈ। ਨਹੀਂ, ਪਰ ਦਵਾਈਆਂ ਅਸਰ ਨਹੀਂ ਕਰਦੀਆਂ। ਸਿੰਥੈਟਿਕ ਡਰੱਗਸ ਖਤਮ ਕਰਦੇ ਹੋ, ਬੰਦ ਕਰਦੇ ਹੋ, ਤਾਂ ਉਹਦਾ ਵਿਕਲਪ ਦੇ ਵਿੱਚ ਤੁਸੀਂ ਦਵਾਈਆਂ ਦਿੰਦੇ ਹੋ। ਹਲਕੇ ਨਸ਼ੇ ਵਾਲੀਆਂ ਦਵਾਈਆਂ ਵੀ ਤਾਂ ਹੁੰਦੀਆਂ, ਕਿ ਦਵਾਈਆਂ ਅਸਰ ਨਹੀਂ ਕਰਦੀਆਂ ਮਰੀਜ਼ਾਂ ਤੇ? ਪਰ ਉਹ ਕਿੰਨੇ ਕ ਬੰਦਿਆਂ ਨੇ, ਮੈਨੂੰ ਇਹ ਦੱਸੋ ਜੀ, ਔਨ ਰਿਕਾਰਡ ਕਿੰਨੇ ਕ ਬੰਦਿਆਂ ਨੇ ਦਵਾਈਆਂ ਨਾਲ ਨਸ਼ਾ ਛੱਡਿਆ? ਜੇ ਛੱਡਿਆ ਵੀ ਹੈ ਤਾਂ ਦੁਬਾਰਾ ਉਸ ਨਸ਼ੇ ਵੱਲ ਹੋ ਗਏ ਨੇ। ਕਿਉਂਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪੰਜਾਬ ਵਿੱਚ ਫਿਰ ਆਪਾਂ ਇਹ ਮੰਨ ਕੇ ਚੱਲੀਏ, ਇਹ ਮੰਨਣਾ ਪਏਗਾ ਕਿ ਉਹ ਦਾਵਾ ਫੋਕਾ ਸੀ ਕਿ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੇਣਾ। ਨਹੀਂ, ਨਸ਼ਾ ਤਾਂ 1.5 ਸਾਲ ਬਾਅਦ ਵੀ ਤੁਸੀਂ 1.5 ਸਾਲ ਬਾਅਦ ਤੁਸੀਂ ਹੁਣੇ ਕਹਿ ਕੇ ਹਟੇ ਹੋ, ਕਿੰਨੇ ਕੁ ਲੋਕਾਂ ਨੇ ਨਸ਼ਾ ਛੱਡਤਾ ਮੈਨੂੰ ਦੱਸੋ। ਬਿਲਕੁਲ ਨਹੀਂ, 80% ਨਸ਼ਾ ਖਤਮ ਹੋ ਚੁੱਕਿਆ। ਹੁਣੇ ਤੁਸੀਂ ਕਹਿ ਕੇ ਹਟੇ ਹੋ 1 ਮਿੰਟ ਪਹਿਲਾਂ ਕਿ ਕਿੰਨੇ ਕੁ ਲੋਕਾਂ ਨੇ ਨਸ਼ਾ ਛੱਡਿਆ ਮੈਨੂੰ ਦੱਸੋ। ਹੁਣ ਤੁਸੀਂ 80% ਕਹਿ ਰਹੇ ਹੋ ਕਿ ਛੱਡਤਾ ਲੋਕਾਂ ਨੇ। ਨਹੀਂ, ਨਸ਼ਾ ਮਿਲਣਾ ਬੰਦ ਹੋ ਗਿਆ ਪੰਜਾਬ ਵਿੱਚ, ਉਹਦੇ ਕਰਕੇ ਲੋਕਾਂ ਨੇ ਮੈਡੀਕਲ ਨਸ਼ੇ ਤੇ ਜਿਹੜੇ ਕਿ ਡਾਕਟਰਾਂ ਤੋਂ ਦਵਾਈਆਂ ਮਿਲਦੀਆਂ ਉਹਦੇ ਤੇ ਲੱਗ ਗਏ ਨੇ। ਡਾਕਟਰ ਦੀ ਜਿਹੜੀ ਐਡਨੌਕ ਦੀ ਗੋਲੀ ਇੱਕ ਵਾਰ ਇੱਕ ਬੰਦੇ ਨੂੰ ਲਾ ਦੋ ਤਾਂ ਮੇਰਾ ਹਿਸਾਬ ਹੈ ਵੀ ਉਹ ਬੰਦਾ ਦਵਾਈ ਤੇ ਹੀ ਰਹਿ ਜਾਂਦਾ ਮੁੜ ਕੇ, ਪਰ ਉਹਨੂੰ ਬਾਡੀ ਦੀ ਚਲੋ ਇਹਦਾ ਜਵਾਬ ਡਾਕਟਰ ਸਾਹਿਬ ਤੋਂ ਲੈਣਾ। ਕਰਨਾ ਪੈਂਦਾ। ਡਾਕਟਰ ਸਾਹਿਬ, ਨਸ਼ਾ ਖਤਮ ਕਰਨ ਲਈ, ਸਿੰਥੈਟਿਕ ਨਸ਼ਾ ਖਤਮ ਕਰਨ ਦੇ ਲਈ ਦਵਾਈ ਜ਼ਿਆਦਾ ਬੈਟਰ ਰਹੇਗੀ ਜਾਂ ਭੁੱਕੀ ਅਫੀਮ ਜ਼ਿਆਦਾ ਬੈਟਰ ਰਹਿੰਦੀ? ਡਾਕਟਰ ਜਗਦੀਪ ਜੀ। ਹਾਂਜੀ, ਮੇਰੇ ਕੋ ਕਹਿ ਰਹੇ ਹੋ? ਹਾਂਜੀ। ਨਹੀਂ, ਨਸ਼ਾ ਖਤਮ ਕਰਨ ਵਾਸਤੇ ਜੀ ਆਪਾਂ ਕਿਉਂਕਿ ਆਪਾਂ ਅਫੀਮ ਤਾਂ ਜੀ ਟਰਾਈ ਕੀਤੀ ਨਹੀਂ, ਉਹਦਾ ਕਰਨੀ ਹੈ। ਔਰ ਅਫੀਮ ਦੀ ਜਦੋਂ ਇੰਨੀ ਅਵੇਲੇਬਿਲਿਟੀ ਪੰਜਾਬ 'ਚ ਇੰਨੀ ਵੱਧ ਜੂਗੀ, ਉਹਦਾ ਕੰਟਰੋਲ ਕਿਵੇਂ ਹੋਊਗਾ? ਇਹ ਕੀ ਗਾਰੰਟੀ ਆ ਵੀ ਉਹ ਵੱਧ ਨਹੀਂ ਜਾਊਗੀ? ਜਦੋਂ ਕੰਟਰੋਲ ਕਰਨਾ ਕੋਈ ਗਾਰੰਟੀ ਦਿੰਦਾ ਵੀ ਇਹ ਵਧੂਗੀ ਨਹੀਂ? ਜਦੋਂ ਫ੍ਰੀਲੀ ਅਵੇਲੇਬਲ ਹੈ, ਅੱਜ ਜਿਹੜੇ 10 ਬੰਦੇ ਆ ਉਹ ਕਰ ਰਹੇ ਆ ਸਿੰਥੈਟਿਕ, ਕੱਲ ਨੂੰ ਫੀਮ ਤਾਂ 40 ਕਰੂੰਗੇ ਜੇ ਮੰਨ ਲਓ। ਕੰਟਰੋਲ ਤਾਂ ਹੋਣਾ ਜੀ, ਆਪਣਾ ਕੰਟਰੋਲ ਕਿਸ ਚੀਜ਼ ਤੇ ਹੋਇਆ? ਸਿੰਥੈਟਿਕ ਇੰਨੀ ਛੇਤੀ ਉਪਲਬਧਤਾ ਨਹੀਂ ਹੈ ਜਿੰਨੀ ਛੇਤੀ ਤੁਸੀਂ ਅਫੀਮ ਦੀ ਕਰਵਾ ਸਕਦੇ ਹੋ। ਮੈਂ 1 ਮਿੰਟ ਵਾਪਸ ਆਣਾ। ਹਾਂਜੀ, ਜੰਗਵੀਰ ਸਿੰਘ ਜੀ, ਕਿਉਂਕਿ ਇੱਕ ਵੱਡਾ ਸਵਾਲ ਤੁਹਾਡੇ ਤੇ ਵੀ ਹੈ, ਕਿਉਂਕਿ ਤੁਹਾਡੀ ਪਾਰਟੀ ਨੂੰ ਬੜਾ ਖਮਿਆਜ਼ਾ ਭੁਗਤਣਾ ਪਿਆ, ਮੰਨੋ ਜਾਂ ਨਾ ਮੰਨੋ, ਇਸ ਪੂਰੇ ਮਸਲੇ ਦੇ ਉੱਤੇ। ਹੁਣ 1.5 ਸਾਲਾਂ ਬਾਅਦ ਨਸ਼ਾ ਛੱਡਣ ਜਾਂ ਨਸ਼ਾ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਅੱਜ ਇੱਕ ਹੋਰ ਰਵਾਇਤ ਵੱਲ ਤੁਰ ਗਏ ਨੇ ਕਿ ਨਸ਼ਾ ਖਤਮ ਕਰਨਾ ਤਾਂ ਰਵਾਇਤੀ ਨਸ਼ੇ ਲੈ ਕੇ ਆਓ। ਹਰਪ੍ਰੀਤ ਜੀ, ਬੜਾ ਗੰਭੀਰ ਮਸਲਾ ਹੈਗਾ। ਮੈਨੂੰ 2 ਮਿੰਟ ਦਿਓ, ਮੈਂ ਤੁਹਾਨੂੰ ਥੋੜਾ ਮੈਂ ਪਰਸਪੈਕਟਿਵ ਦੇ ਦਾਂ। ਇਹ ਹੁਣ ਜਿਹੜੇ ਸਿੱਧੂ ਸਾਹਿਬ ਕਹਿ ਰਹੇ ਨੇ, ਨਵਜੋਤ ਸਿੱਧੂ ਕਹਿ ਰਹੇ ਨੇ ਵੀ ਅਫੀਮ ਸ਼ੁਰੂ ਕਰੋ। ਮੈਂ ਤੁਹਾਨੂੰ ਇੱਕ ਸਟੱਡੀ ਬਾਰੇ ਦੱਸ ਰਿਹਾ ਜਿਹੜੀ ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਹੋਈ ਹੈ। ਜਿਹੜੀ ਅਫੀਮ ਦਾ ਜਿਹੜਾ ਇਹ ਖੇਤੀ ਹੈ, ਇਹ ਮੁਗਲਾਂ ਦੇ ਟਾਈਮ ਤੋਂ ਹੋਈ ਹੈ ਸ਼ੁਰੂ। ਮੁਗਲਾਂ ਦੇ ਟਾਈਮ ਤੋਂ ਜਦੋਂ ਸ਼ੁਰੂ ਹੋਈ, ਇਹ ਉਹਨਾਂ ਨੇ ਆਪਣਾ ਮੋਨੋਪੋਲੀ ਖੇਤੀ ਸੀ, ਮਤਲਬ ਜਿਹੜਾ ਕਿਸਾਨ ਸੀ ਉਹ ਉਸ ਤੋਂ ਫਾਇਦਾ ਲੈਂਦੇ ਸੀ, ਕਿਸਾਨ ਨੂੰ ਕੁਝ ਨਹੀਂ ਮਿਲਦਾ ਸੀਗਾ। ਫਿਰ ਬ੍ਰਿਟਿਸ਼ ਟਾਈਮਸ 'ਚ ਆਪਣਾ ਇਹ ਚੱਲੀ 200-300 ਸਾਲ, ਹੁਣ ਵੀ ਚੱਲ ਰਹੀ ਹੈ, ਉਹੀ ਏਰੀਆ ਤੇ ਜ਼ਿਆਦਾ ਚੱਲ ਰਹੀ ਹੈ। ਇਹ 5 ਡਿਸਟ੍ਰਿਕਟ ਨੇ ਔਰ ਸਭ ਤੋਂ ਜ਼ਿਆਦਾ ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ। ਪੰਜਾਂ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਮੰਡਸੌਰ ਜਿਹੜਾ ਡਿਸਟ੍ਰਿਕਟ ਹੈਗਾ, ਜਿਹੜਾ ਹੈਗਾ ਆਪਣਾ ਮੱਧ ਪ੍ਰਦੇਸ਼, ਉੱਥੇ ਚੱਲਦੀ ਹੈ। ਹੁਣ ਮੰਡਸੌਰ ਦੀ ਜਿਹੜੀ ਸਟੱਡੀ ਹੈ ਮੈਂ ਤੁਹਾਨੂੰ ਦੱਸਦਾ, ਉੱਥੇ ਜਿਹੜੀ ਹੈ ਇਹ ਗੋਂਦ ਨਿਕਲਦੀ ਹੈ ਜੀ, ਆਪਣਾ ਜਿਹਨੂੰ ਕਹਿੰਦੇ ਗੋਂਦ ਕਹਿੰਦੇ, ਜੋ ਚੀਰਾ ਆਪਾਂ ਲਾਈਦਾ ਬਿਲਕੁਲ, ਚੀਰਾ ਲਾ ਕੇ ਜਿਹੜੀ ਗੋਂਦ ਨਿਕਲਦੀ ਹੈ, ਜਿਹੜੀ ਇਹ ਆਪਣਾ ਗੋਂਦ ਦੀ ਉੱਥੇ ਜਿਹੜਾ ਰੇਟ ਹੈ 1800 ਰੁਪਏ ਕਿਲੋ ਹੈ। ਕਿਸਾਨ ਨੂੰ ਮਿਲਦਾ 1800 ਰੁਪਏ ਕਿਲੋ। ਜਿਹੜਾ ਉਹ ਬਲੈਕ ਮਾਰਕੀਟ ਦਾ ਰੇਟ ਹੈ ਉਹ ਚੱਲਦਾ 60000 ਰੁਪਏ ਕਿਲੋ ਤੋਂ 1,25,000 ਰੁਪਏ ਕਿਲੋ। ਹੁਣ ਉੱਥੇ ਕਰਪਸ਼ਨ ਇੰਨੀ ਹੈ, ਸਟੱਡੀ ਕਹਿੰਦੀ ਹੈ ਕਿ ਕਿਸਾਨ ਤੋਂ ਲੈ ਕੇ ਲੇਬਰ ਤੋਂ ਲੈ ਕੇ ਪੁਲਿਸ ਤੋਂ ਲੈ ਕੇ ਨਾਰਕੋਟਿਕਸ ਬਿਊਰੋ ਤੋਂ ਲੈ ਕੇ ਨੀਮਚ ਫੈਕਟਰੀ ਹੈ ਜਿਹੜੇ ਪ੍ਰੋਸੈਸ ਕਰਦੀ ਹੈ ਅਫੀਮ ਨੂੰ, ਪੂਰੀ ਕਰਪਸ਼ਨ ਹੈ। ਜੇ ਮੰਦਸੌਰ ਦੇ ਜੇਲਾਂ 'ਚ ਤੁਸੀਂ ਚਲੇ ਜਾਓ ਤੇ ਉਹ ਕਹਿੰਦੇ ਨੇ ਜੇ ਅਫੀਮ ਜਿਹੜੇ ਅੰਦਰ ਹੈਗੇ ਨੇ ਉਹ ਅਫੀਮ ਤਸਕਰ ਕਹਿੰਦੇ ਉਹਨਾਂ ਨੂੰ, ਜੇ ਉਹਨਾਂ ਨੂੰ ਬਾਹਰ ਕੱਢ ਲਓ ਤਾਂ ਕੋਈ ਹੋਰ ਬੰਦਾ ਨਹੀਂ ਹੈ, ਕਹਿੰਦੇ ਬਾਕੀ ਹੋਰ ਕੋਈ ਨਹੀਂ ਹੈ। ਪਰ ਇੱਕ ਹੋਰ ਗੱਲ, ਉੱਥੋਂ ਦੇ ਅੱਧੇ ਕਿਸਾਨ ਕਹਿੰਦੇ ਨੇ ਕਿ ਅਸੀਂ ਬੇਗੁਨਾਹ ਜਿਹੜੇ ਜੇਲ੍ਹ 'ਚ ਆ, ਕਿਉਂਕਿ ਸਾਨੂੰ ਪੁਲਿਸ ਵਾਲੇ ਹੋਰ ਤੇ ਹੋਰ, ਅੱਜ ਕੋਈ ਫਾਰਮਰ ਕਿਸਾਨ ਲੀਡਰ ਨਹੀਂ ਇੱਥੇ, ਕਿਸਾਨ ਲੀਡਰਾਂ ਨੇ ਬਿਆਨ ਦਿੱਤੇ ਨੇ ਕਿ ਜਦੋਂ ਪੁਲਿਸ ਚਾਹੁੰਦੀ ਹੈ ਵੀ ਅਸੀਂ ਹੋਰ ਕੋਈ ਅਦਰਕ ਦੀ ਖੇਤੀ, ਕੋਈ ਹੋਰ ਖੇਤੀ ਬਾਰੇ ਕੋਈ ਐਜੀਟੇਸ਼ਨ ਕਰਦੇ ਆ, ਉਹ ਸਾਨੂੰ ਅਫੀਮ ਤਸਕਰ ਸਾਡੇ ਤੇ ਅਫੀਮ ਥੋੜੀ ਪਲਾਂਟ ਕਰਕੇ ਸਾਨੂੰ ਜੇਲ੍ਹ 'ਚ ਪਾ ਦਿੰਦੇ ਨੇ। ਚਲੋ ਆਪਾਂ ਕਹਿਣਾ ਕੀ ਚਾਹੁੰਦੇ ਹਾਂ? ਮੈਂ ਕਹਿਣਾ ਇਹ ਚਾਹੁੰਦਾ, ਪੰਜਾਬ ਦਾ ਵੀ ਇਦਾਂ ਦਾ ਬਣ ਜਾਏਗਾ। ਮੈਂ ਇਹ ਤਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਦੇਖੋ, ਇੱਕ ਹੋਰ ਗੱਲ ਕਹੀ ਗਈ ਹੈ, ਇਹ ਡਿਬੇਟ 'ਚ ਗੱਲ ਹੋਈ ਹੈ, ਲਾਪਰਾ ਸਾਹਿਬ ਵੀ ਕਹਿ ਰਹੇ ਨੇ ਕਿ ਇਹ ਬੜਾ ਵਧੀਆ ਨਸ਼ਾ ਹੈ।
ਦੇਖੋ ਇਹ ਅਫੀਮ ਤੋਂ ਅੱਗੇ ਕੀ ਬਣਦਾ ਹੈ? ਅਫੀਮ ਤੋਂ ਅੱਗੇ ਬਣਦੀ ਹੀਰੋਇਨ ਤੇ ਸਮੈਕ। ਜੇ ਬਲੈਕ ਮਾਰਕੀਟ 'ਚ ਜਾਏਗੀ ਤੇ ਅੱਗੇ ਬਣੇਗੀ ਹੀਰੋਇਨ ਸਮੈਕ। ਅਸੀਂ ਚਾਹੁੰਦੇ ਆ ਵੀ ਸਾਡੇ ਇੱਥੇ ਪੰਜਾਬ 'ਚ ਵੀ ਪਹਿਲੇ ਅਫੀਮ ਖੁੱਲ੍ਹੇਆਮ ਪਹਿਲੇ ਉਗਾਈ ਜਾਏ, ਫਿਰ ਖੁੱਲ੍ਹੇਆਮ ਵੇਚੀ ਜਾਏ, ਫਿਰ ਉਹ ਅਫੀਮ ਤੋਂ ਸਮੈਕ ਤੇ ਹੀਰੋਇਨ ਬਣੇ, ਤੇ ਉਹਦੇ ਬਾਅਦ ਸਾਡੇ ਅਸੀਂ ਤੇ ਅਜੇ ਮਤਲਬ ਫਿਰ ਅਜੇ ਤੇ ਫਿਰ ਜਿਹੜਾ ਨਸ਼ਾ ਹੈ ਉਹ ਤੇ ਮੈਂ ਕਹਿੰਦਾ ਇੱਕ ਕੁਆਂਟਮ ਜੰਪ ਕਹਿੰਦੇ ਨਾ ਕਿ ਵੀ ਉਹ ਛਲਾਂਗ ਹੀ ਮਾਰੂਗਾ, ਪਤਾ ਨਹੀਂ ਕਿੰਨਾ ਨਸ਼ਾ ਹੋ ਜਾਊਗਾ। ਇਹ ਜਿਹੜੇ ਸਿੱਧੂ ਸਾਹਿਬ ਕਹਿ ਰਹੇ ਨੇ ਇਹਨਾਂ ਨੂੰ ਕੋਈ ਪਤਾ ਨਹੀਂ, ਇਹਨਾਂ ਨੇ ਕੋਈ ਸਟੱਡੀ ਨਹੀਂ ਕਰਾਈ। ਇੱਕ ਡਾਕਟਰ ਸਾਹਿਬ ਵੀ ਸਾਡੇ ਨਾਲ ਬੈਠੇ ਨੇ, ਇਹਨਾਂ ਨੂੰ ਪੁੱਛਿਆ ਜਾ ਸਕਦਾ ਹੈ ਜੋ ਮੈਂ ਪੜ੍ਹਿਆ ਹੈ ਔਰ ਇਹ ਬੜੀ ਸਟੱਡੀ ਹੋਈ ਹੈ ਵਰਲਡ ਓਵਰ। ਉਹ ਕਹਿੰਦੇ ਵੀ ਮਾਈਂਡ ਆਲਟਰਿੰਗ, ਮਤਲਬ ਜਿਹੜਾ ਅਫੀਮ ਹੈ ਇਹ ਤੁਹਾਡੀ ਜਿਹੜਾ ਦਿਮਾਗ ਹੈ, ਦਿਮਾਗ ਨੂੰ ਬਦਲਦੀ ਹੈ। ਦਿਮਾਗ ਕਿੱਦਾਂ ਚੱਲੂਗਾ ਉਹਦੇ 'ਚ ਬਦਲਾਵ ਆਉਂਦਾ ਹੈ, ਔਰ ਇਹ ਸਭ ਤੋਂ ਜ਼ਿਆਦਾ ਫਰਕ ਪੈਂਦਾ ਹੈ ਬੱਚਿਆਂ ਨੂੰ ਪੜ੍ਹਾਈ 'ਚ ਫਰਕ ਪੈਂਦਾ ਹੈ। ਬੱਚੇ ਜਿਹੜੇ ਨੇ ਕੰਸੈਂਟਰੇਟ ਨਹੀਂ ਕਰ ਪਾਉਂਦੇ, ਔਰ ਇਹ ਕਹਿ ਰਹੇ ਨੇ ਲਾਪਰਾ ਸਾਹਿਬ ਕਹਿ ਰਹੇ ਨੇ ਫੀਮ ਖੁੱਲੀ ਦਿਓ ਵੀ ਬੱਚੇ ਸਾਡੇ ਹੁਣ ਫੀਮ 'ਚ ਹੀ ਬਣ ਜਾਣ, ਅੱਗੇ ਹੀਰੋਇਨ ਤੇ ਸਮੈਕ ਲੈਣ। ਇਹ ਮਤਲਬ ਕੋਈ ਸੋਚ ਸਮਝ ਕੇ ਨਹੀਂ, ਕੋਈ ਸੋਚ ਸਮਝ ਕੇ ਆਪ ਇੱਕ ਗੱਲ ਹੋਰ ਮੈਂ ਕਹਿੰਦਾ, ਤੁਸੀਂ ਮੈਨੂੰ ਲਾਪਰਾ ਜੀ ਇੱਕ ਗੱਲ ਦੱਸ ਦਿਓ, ਤੁਸੀਂ ਸਾਡਾ ਇੱਕ ਹੈਲਥ ਮਿਨਿਸਟਰ ਨੇ ਬ੍ਰਹਮ ਮਹਿੰਦਰਾ, ਤੁਸੀਂ ਬ੍ਰਹਮ ਮਹਿੰਦਰਾ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ, ਸ਼ਾਇਦ ਉਹਨਾਂ ਨੂੰ ਕਿਸੇ ਨੇ ਕੋਈ ਅਫਸਰ ਨੇ ਜਾਂ ਕੋਈ ਡਾਕਟਰ ਨੇ ਉਹਨਾਂ ਨੂੰ ਸਿਆਣੀ ਸਲਾਹ ਦਿੱਤੀ ਹੋਣੀ ਹੈ। ਉਹਨਾਂ ਨੇ ਨਵਜੋਤ ਸਿੱਧੂ ਦੇ ਬਿਆਨ ਤੇ ਬਿਲਕੁਲ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਮੈਨੂੰ ਦੱਸੋ, ਤੁਸੀਂ ਔਰ ਹੋਰ ਮਿਨਿਸਟਰਾਂ ਨੇ ਵੀ ਕਿਹਾ ਇਸ ਗੱਲ ਤੇ, ਚੀਫ ਮਿਨਿਸਟਰ ਸਾਹਿਬ ਵੀ ਨਹੀਂ ਚਾਹੁੰਦੇ। ਤੁਸੀਂ ਇੱਥੇ ਐਡਵੋਕੇਟ ਬਣ ਰਹੇ ਹੋ ਨਵਜੋਤ ਸਿੱਧੂ ਵਾਸਤੇ, ਤੁਸੀਂ ਸਾਨੂੰ ਉਹ ਉਜਾੜਨ ਵਾਸਤੇ, ਸਾਡੇ ਜਿਹੜੇ ਆਪਣਾ ਬੱਚੇ ਨੇ ਉਹਨਾਂ ਨੂੰ ਤੁਸੀਂ ਚਾਹੁੰਦੇ ਹੋ ਉਜੜਨ, ਉਹ ਨਸ਼ੇੜੀ ਬਣਨ। ਮੈਂ ਰਿਪਲਾਈ ਇੱਕ ਲਿਮਿਟ ਹੈ, ਨਹੀਂ ਬਣ ਰਹੇ ਤੇ ਤੁਸੀਂ ਹੈਲਥ ਮਿਨਿਸਟਰ ਬਾਰੇ ਦੱਸੋ। ਹੈਲਥ ਮਿਨਿਸਟਰ ਜਿਹੜਾ ਹੈ, ਜਿਹੜਾ ਬ੍ਰਹਮ ਮਹਿੰਦਰਾ ਗਲਤ ਹੈ ਹੈਲਥ ਮਿਨਿਸਟਰ। ਨਹੀਂ, ਮੈਂ ਕਿਸੇ ਨੂੰ ਗਲਤ ਕਹਿ ਨਹੀਂ ਰਿਹਾ। ਕਿਉਂ ਨਹੀਂ ਕਹਿ ਰਹੇ? ਤੁਸੀਂ ਕਹਿ ਰਹੇ ਹੋ ਗਲਤ ਹੈ। ਆਪਦਾ ਵਿਊ ਪੁਆਇੰਟ ਹੁੰਦਾ, ਆਪਦਾ ਪਰਸਪੈਕਟਿਵ ਹੁੰਦਾ। ਨਾਲੇ ਤੁਹਾਨੂੰ ਮੈਂ ਗੱਲ ਕਲੀਅਰ ਕਰਦਾ, ਸਕੂਲ ਜਾਂਦੇ ਬੱਚਿਆਂ ਨੂੰ ਕਿਸੇ ਨੇ ਫੀਮ ਦੇਣ ਦੀ ਗੱਲ ਨਹੀਂ ਕੀਤੀ। ਕਮਾਲ ਕਰ ਰਹੇ ਹੋ ਬਈ ਉਹਨਾਂ ਦਾ ਪੜ੍ਹਾਈ ਤੇ ਧਿਆਨ ਲੱਗੇ, ਇਹ ਨਾ ਹੋਵੇ ਜੇ ਪਿੰਡਾਂ 'ਚ ਨਹੀਂ ਮੈਨੀਪੂਲੇਟ ਨਾ ਕਰੋ। ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਪਿੰਡਾਂ 'ਚ ਸਕੂਲੀ ਬੱਚੇ, ਜੇ ਪਿੰਡਾਂ 'ਚ ਸਕੂਲੀ ਬੱਚੇ ਫੀਮ ਖਾਂਦੇ ਆ। ਜੇ ਪਿੰਡਾਂ 'ਚ ਫੀਮ ਉਗਾਈ ਜਾਏਗੀ ਤੇ ਉਹ ਬੱਚਿਆਂ ਤੱਕ ਵੀ ਪਹੁੰਚੇਗੀ। ਚਲੋ ਕਿੰਨੇ ਬੱਚੇ ਘਰ ਦੀ ਜਿਹੜੀ ਸ਼ਰਾਬ ਪੀ ਰਹੇ, ਕਿੰਨੇ ਬੱਚੇ ਸ਼ਰਾਬ ਪੀ ਰਹੇ ਨੇ? ਸ਼ਰਾਬ ਕਿੱਦਾਂ ਇੰਟਰੋਡਿਊਸ ਹੋਏਗੀ ਬੱਚੇ ਨੂੰ? ਜੇ ਘਰ 'ਚ ਕਿਸੇ ਨੂੰ ਦੇਖੇਗਾ ਕਿ ਕੋਈ ਘਰ 'ਚ ਮੇਰਾ ਪੀ ਰਿਹਾ ਤਦ ਬੱਚਾ ਪੀਏਗਾ। ਤੁਹਾਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ। ਤੁਹਾਨੂੰ ਇੰਨੀ ਸਮਝ ਹੋਣੀ। ਇੱਕ ਮਿੰਟ ਨਾ, ਮੈਂ ਸੰਗੇੜਾ ਸਾਹਿਬ ਹੁਣ ਗੱਲ ਇਹ ਹੈ, ਇੱਕ ਮਿੰਟ ਨਾ, ਲਾਪਰਾ ਸਾਹਿਬ ਇੱਕ ਸੈਕਿੰਡ। ਸੰਗੇੜਾ ਸਾਹਿਬ ਹੁਣ ਗੱਲ ਇਹ ਹੈ ਕਿ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਅਸੀਂ ਪਹਿਲਾਂ ਬਹੁਤ ਸਾਰੇ ਪ੍ਰਬੰਧ ਕੀਤੇ। ਤੰਦਰੁਸਤ ਪੰਜਾਬ ਵਰਗੀ ਸਕੀਮ ਵੀ ਅਸੀਂ ਲਾਗੂ ਕੀਤੀ। ਉਸ ਤੋਂ ਬਾਅਦ ਕਿਹਾ ਕਿ ਬੜੀ ਕੈਂਪੇਨ SIT ਵੀ ਬਣਾਈ ਗਈ। ਹੁਣ ਇਹ ਮੰਨ ਕੇ ਚੱਲੀਏ ਕਿ ਇਹ ਸਾਰੇ ਪ੍ਰਬੰਧ ਨੇ ਜਿਹੜੇ ਫੇਲ ਹੁੰਦੇ ਦਿਖ ਰਹੇ ਨੇ, ਇਸ ਲਈ ਹੁਣ ਆਪਾਂ ਨੂੰ ਨਸ਼ੇ ਦਾ ਬਦਲ ਨਸ਼ਲ। ਮੈਂ ਸੰਗੇੜਾ ਸਾਹਿਬ ਤੋਂ ਲੈ ਲਵਾਂ ਪਹਿਲਾਂ, ਫਿਰ ਦੱਸਾਂ। ਹਾਂਜੀ ਸੰਗੇੜਾ ਸਾਹਿਬ। ਦੇਖੋ ਜੀ, ਇਹ ਬਦਲ ਤਾਂ ਨਹੀਂ ਬਣ ਸਕਦਾ ਕਿਸੇ ਵੀ ਹਾਲਤ ਦੇ ਵਿੱਚ। ਫੇਲ ਤਾਂ ਪ੍ਰਬੰਧ ਇਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਹੈਗੀ। ਇਹ ਨਹੀਂ ਹੈ ਕੋਈ ਪ੍ਰਬੰਧ ਫੇਲ ਹੋਏ ਆ। ਸਰਕਾਰ ਜਿਹੜੀ ਆ, ਸਰਕਾਰ ਆਪਣੇ ਜਿਹੜੇ ਵਾਅਦੇ ਕੀਤੇ ਆ, ਇਹਨਾਂ ਨੇ ਮੈਨੀਫੈਸਟੋ ਸੀਗੇ, ਐਲਾਨ ਕੀਤੇ, ਜੋ ਝੂਠ ਬੋਲ ਕੇ ਜਾਂ ਸੌਹਾਂ ਖਾ ਕੇ ਵੋਟਾਂ ਲਈਆਂ ਆ, ਉਹਨਾਂ ਬਾਰੇ ਬਹੁਤੇ ਸੀਰੀਅਸ ਨਹੀਂ ਹੈਗੀ ਸਰਕਾਰ। ਬਹੁਤੇ ਕੋਈ ਗੰਭੀਰ ਕੋਸ਼ਿਸ਼ਾਂ ਨਹੀਂ ਹੋਈਆਂ ਨਸ਼ਾਬੰਦੀ ਲਈ, ਨਸ਼ਿਆਂ ਨੂੰ ਕੰਟਰੋਲ ਕਰਨ ਲਈ। ਮੁਕੰਮਲ ਨਸ਼ਾਬੰਦੀ ਦੀ ਤਾਂ ਚਲੋ ਗੱਲ ਕਿਸੇ ਲੈਵਲ ਤੱਕ ਅਜੇ ਤੱਕ ਚੱਲੀ ਨਹੀਂ ਹੈ। ਜਿਹੜੇ ਨਸ਼ੇ ਬੰਦ ਕਰਨ ਦੀ ਗੱਲ ਚੱਲੀ ਸੀ ਜਾਂ ਤਸਕਰਾਂ ਨੂੰ ਅੰਦਰ ਕਰਨ ਦੀ ਗੱਲ ਚੱਲੀ ਸੀ, ਉਸ ਪਾਸੇ 4 ਹਫ਼ਤੇ ਦਾ ਵਾਅਦਾ ਕੀਤਾ ਸਰਕਾਰ ਨੇ, ਉਧਰਲੇ ਪਾਸੇ ਨੂੰ ਤੁਰੇ ਵੀ ਨਹੀਂ ਹੈ। ਬਾਕੀ ਰਹੀ ਗੱਲ ਸਿੱਧੂ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਆ, ਮੈਂ ਪਹਿਲੀ ਵਾਰੀ ਉਹਨਾਂ ਦੀ ਕ੍ਰਿਟਿਸਿਜ਼ਮ ਕਰਨ ਲੱਗਾ ਆ। ਸਾਡੀ ਪਾਰਟੀ 'ਚ ਆਉਣਾ ਚਾਹੁੰਦੇ ਸੀਗੇ ਉਹ, ਚਲੋ ਸਮਹਾਉ ਸਾਡੀ ਗੱਲ ਨਹੀਂ ਬਣੀ। ਉਹ ਇਮਾਨਦਾਰ ਮੰਤਰੀ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ, ਪਰ ਮੈਨੂੰ ਬੜਾ ਦੁੱਖ ਹੋਇਆ ਜਿੱਦਣ ਉਹਨਾਂ ਨੇ ਆਪਣੇ ਤਾਇਆ ਜੀ ਦੀ ਐਗਜ਼ਾਮਪਲ ਦੇ ਕੇ ਕਿਹਾ ਵੀ ਹਸਪਤਾਲ, ਚਲੋ ਹਸਪਤਾਲ ਤੋਂ ਪਰਚੀ ਲਗਾ ਕੇ ਲੈਂਦੇ ਸੀ। ਦੇਅਰ ਮੇ ਬੀ ਸਰਟਨ ਰੀਜ਼ਨਸ, ਬਿਕੋਜ਼ OPM ਜਿਹੜੀ ਹੈ ਮੈਡੀਸਿਨਸ ਵਿੱਚ ਯੂਜ਼ ਹੁੰਦੀ ਹੈ, ਇਹਦੀ ਮੈਡੀਸੀਨਲ ਵੈਲਿਊ ਆ। ਪਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਇਹ ਬਹੁਤ ਡੇਂਜਰਸ ਆ, ਜਿੱਦਾਂ ਹੁਣ ਕਾਂਗਰਸ ਦੇ ਨੁਮਾਇੰਦੇ ਲਾਪਰਾ ਜੀ ਨੇ ਵੀ ਜੋ ਇੱਥੇ ਗੱਲ ਕਹੀ ਹੈ, ਮੈਂ ਉਹਦੇ ਨਾਲ ਉੱਕਾ ਹੀ ਸਹਿਮਤ ਨਹੀਂ ਹੈ। ਇਹ ਇਦਾਂ ਨਹੀਂ ਹੈ, ਇਹਦਾ ਕੋਈ ਨੁਕਸਾਨ ਹੀ ਨਹੀਂ। ਇਹ ਤਾਂ ਇਦਾਂ ਦੱਸ ਰਿਹਾ ਸੀ ਜਿਸ ਤਰ੍ਹਾਂ ਕੋਈ ਬੜੀ ਬਹੁਤ ਵਧੀਆ ਚੀਜ਼ ਹੈ। ਦੇਖੋ, ਕੋਈ ਵੀ ਡਰੱਗ ਜਿਹੜੀ ਆ, ਨਾਲੇ ਆਪਣੇ ਆਪ ਨਹੀਂ ਤੁਸੀਂ ਨਸ਼ਾ ਛਡਾਉਣ ਲਈ ਜਿੱਦਾਂ ਕਹਿੰਦੇ ਦਿਸ ਇਜ਼ ਦਾ ਓਨਲੀ ਅਲਟਰਨੇਟਿਵ। ਨੋ, ਦਿਸ ਇਜ਼ ਨਾਟ ਦਾ ਓਨਲੀ ਅਲਟਰਨੇਟਿਵ।
ਇਸ ਤੋਂ ਬਿਨਾਂ ਨਸ਼ੇ ਛਡਾਏ ਜਾਂਦੇ ਰਹੇ ਆ, ਛਡਾਏ ਜਾਂਦੇ ਆ। ਡਰੱਗਸ ਦਾ ਸਪੈਸੀਫਿਕ ਡਾਕਟਰ ਜਗਦੀਪ ਸਿੰਘ ਨਹੀਂ ਬੈਠੇ ਨੇ, ਮੇਰੇ ਨਾਲ ਸਹਿਮਤ ਹੋਣਗੇ। ਉਹ ਪਹਿਲਾਂ ਡਰੱਗਸ ਨਾਲ ਉਹਦੀ ਟ੍ਰੀਟਮੈਂਟ ਹੁੰਦਾ ਹੈ ਬੱਚੇ ਦਾ, ਜਿਹੜਾ ਵੀ ਅਫੈਕਟਡ ਬੰਦਾ ਹੈ, ਮਰੀਜ਼ ਹੈ ਐਕਚੁਅਲੀ, ਜਿਹੜਾ ਨਸ਼ੇੜੀ ਬਣ ਜਾਂਦਾ ਮਰੀਜ਼ ਹੁੰਦਾ ਆ। ਫਿਰ ਉਹਦਾ ਸਾਈਕੋਲੋਜੀਕਲ ਟ੍ਰੀਟਮੈਂਟ ਹੁੰਦਾ ਆ, ਨੋ ਡਾਊਟ ਅਬਾਊਟ ਇਟ। ਉਹਦੇ ਵਿੱਚੋਂ ਕੁਝ ਪਰਸੈਂਟੇਜ ਦੁਬਾਰਾ ਫੇਰ ਵਾਪਸ ਆ ਜਾਂਦੀ ਆ, ਜੇ ਉਹ ਰੁਜ਼ਗਾਰ ਵਿੱਚ ਜਾਂ ਉਹਨਾਂ ਕਾਰਨ ਉਹਨਾਂ ਦੇ ਦੂਰ ਨਹੀਂ ਹੁੰਦੇ ਜਿਨ੍ਹਾਂ ਕਰਕੇ ਉਹ ਨਸ਼ੇ ਦੇ ਵਿੱਚ ਵੜੇ ਸੀਗੇ। ਸੋ ਅਫੀਮ ਦੀ ਖੇਤੀ ਕਰਨਾ ਜਾਂ ਹੋਰ ਕਰਨਾ ਜਾਂ ਕਿੱਦਾਂ, ਅਸੀਂ ਖੁਦ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਬੜੀ ਜ਼ਬਰਦਸਤ ਮੁਹਿੰਮ ਚਲਾਈ ਹੈ। ਚਲੋ ਸਾਨੂੰ ਲੋਕਾਂ ਨੇ ਨਹੀਂ ਮੂਹਰੇ ਲਿਆਂਦਾ। ਨਸ਼ਾ ਛਡਾਉਣ ਦੀ ਗੱਲ ਕੀਤੀ ਅਸੀਂ, ਇਹ ਨਹੀਂ ਹੈ ਅਸੀਂ ਇੱਕ ਚਿੱਟਾ ਛਡਾਉਣ ਦੀ ਗੱਲ ਕੀਤੀ ਜਾਂ ਇੱਕ ਨਸ਼ਾ ਛਡਾਉਣ ਦੀ ਗੱਲ ਕੀਤੀ, ਤੁਸੀਂ 3 ਹੋਰ ਲਾ ਦਿਓ। ਜੰਗਵੀਰ ਸਿੰਘ ਉਹਨਾਂ ਨਾਲ ਮੈਂ ਸਹਿਮਤ ਹਾਂ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਆ। ਮੇਰੀ ਵਾਈਫ ਹਿਊਮਨ ਜੈਨੇਟਿਕਸ ਦੀ ਪ੍ਰੋਫੈਸਰ ਹੈ, ਮੈਂ ਆਪ ਵੀ ਜੈਨੇਟਿਕਸ ਪੜ੍ਹੀ ਹੋਈ ਆ। ਜਿਹੜੀ ਬੱਚਿਆਂ ਦੇ ਖਾਣ ਦੀ ਗੱਲ ਹੀ ਨਹੀਂ ਹੈ, ਜਿਹੜਾ ਤੁਹਾਡੇ ਅੱਗੇ ਬੱਚਾ ਪੈਦਾ ਹੋਏਗਾ ਨਾ ਉਹਨੂੰ ਵੀ ਅਫੀਮ ਦੀ ਜ਼ਰੂਰਤ ਪੈਗੀ, ਔਰ ਨਾਲ ਜਿਹੜੇ ਤੁਹਾਡੇ ਬਾਡੀ ਆਰਗਨਸ ਨੇ ਇਹਦੇ ਨਾਲ ਸਲੋ ਹੁੰਦੇ ਨੇ। ਜਿੱਦਾਂ ਪਹਿਲਾਂ ਇਸ ਮੰਚ ਤੋਂ ਕਿਹਾ ਗਿਆ ਆ, ਬ੍ਰੇਨ ਤੇ ਵੀ ਅਸਰ ਪੈਂਦਾ, ਸਾਰੀਆਂ ਚੀਜ਼ਾਂ ਤੇ ਅਸਰ ਪੈਂਦਾ ਆ। ਹਾਂ, ਵਿਜ਼ੂਅਲੀ ਥੋੜਾ ਨਹੀਂ ਪੈਂਦਾ, ਉਹਦੇ ਚ ਹੌਲੀ ਹੌਲੀ ਬੰਦਾ ਮਰਦਾ ਹੈ, ਇਹਦੇ ਨਾਲ ਛੇਤੀ ਮਰ ਜਾਂਦਾ। ਗੱਲ ਨਸ਼ੇ ਨੂੰ ਰੋਕਥਾਮ ਦੀ ਹੈ। ਪਾਰਟੀ ਦੇ ਸੀਨੀਅਰ ਆਗੂ ਰਹੇ ਨੇ, ਡਾਕਟਰ ਵੀ ਨੇ, ਡਾਕਟਰ ਗਾਂਧੀ ਸਾਹਿਬ, ਉਹ ਕਿਉਂ ਹਮਾਇਤ ਕਰਦੇ ਨੇ ਫਿਰ? ਡਾਕਟਰ ਗਾਂਧੀ ਦਾ ਵੀ ਮੈਂ ਬਹੁਤ ਸਤਿਕਾਰ ਕਰਦਾ ਜੀ, ਵੇ ਮੋਰ ਦੈਨ ਸਿੱਧੂ ਸਾਹਿਬ। ਸਿੱਧੂ ਸਾਹਿਬ ਤਾਂ ਇੱਕ ਰਵਾਇਤੀ ਇੱਕ ਸੈਲੀਬ੍ਰਿਟੀ ਸੀਗੇ। ਡਾਕਟਰ ਗਾਂਧੀ ਦਾ ਜਿਹੜਾ ਪਾਸਟ ਹੈ, ਇੱਕ ਲੈਫਟ ਮੂਵਮੈਂਟ ਨਾਲ ਵੀ ਰਹੇ ਆ, ਬੜੇ ਅੱਛੇ ਇਨਸਾਨ ਨੇ, ਗਰੀਬਾਂ ਦਾ ਇਲਾਜ ਕਰਦੇ ਆ ਬਹੁਤ ਘੱਟ ਪੈਸੇ ਦੇ। ਪਰ ਇਸ ਮੁੱਦੇ ਤੇ ਮੈਂ ਬਿਲਕੁਲ ਹੀ ਉਹਨਾਂ ਨਾਲ ਸਹਿਮਤ ਨਹੀਂ ਹੈ। ਉਹਨਾਂ ਬਾਰੇ ਵੀ ਮੈਂ ਪਹਿਲੀ ਵਾਰੀ ਕ੍ਰਿਟਿਸਿਜ਼ਮ ਕਰਨ ਲੱਗਾ ਆ। ਮੈਂ ਬਿਲਕੁਲ ਸਹਿਮਤ ਨਹੀਂ ਡਾਕਟਰ ਗਾਂਧੀ ਦੀ ਸਲਾਹ ਨਾਲ। ਪਤਾ ਨਹੀਂ ਇਸ ਉਮਰ 'ਚ ਕਿਹੜੇ ਤਰਕ ਨਾਲ ਉਹ ਗੱਲਾਂ ਮਤਲਬ ਕਰੀ ਜਾਂਦੇ ਆ। ਆ ਜੋ ਕੁਝ ਉਹਨਾਂ ਨੇ ਛੱਟਾ ਦਿੱਤਾ, ਇਹ ਤੁਹਾਡਾ ਤਰਕ ਹੈ ਜਾਂ ਤੁਹਾਡੀ ਪਾਰਟੀ ਦਾ ਸਟੈਂਡ? ਦੇਖੋ ਪਾਰਟੀ ਦਾ, ਦੇਖੋ ਮੈਂ ਜੇ ਬੋਲ ਰਿਹਾ ਤਾਂ ਮੈਂ ਪਾਰਟੀ ਦੀ ਤਰਫ ਬੋਲ ਰਿਹਾ, ਪਰ ਆਪਾਂ ਜਦੋਂ ਇਹ ਰੱਖੀ ਕਿ ਸਾਡੀ ਪਾਰਟੀ ਦਾ ਸਤਿਕਾਰਯੋਗ ਆਗੂ ਨੇ। ਮੈਂ ਇੱਕ ਹਿਊਮੈਨਿਟੀ ਦੀ ਵੀ ਗੱਲ ਹੁੰਦੀ ਹੈ ਸਿੱਧੂ ਸਾਹਿਬ, ਆਪਣਾ ਹਰਪ੍ਰੀਤ ਜੀ, ਇੱਕ ਹਿਊਮੈਨਿਟੀ ਦੀ ਵੀ ਗੱਲ ਹੈ। ਇੱਕ ਨਸ਼ਾ ਅਸੀਂ ਛਡਾਉਣ ਦੀ ਗੱਲ ਕਰਦੇ ਹਾਂ, ਅਸੀਂ 3 ਨਸ਼ਿਆਂ ਦਾ ਪ੍ਰਚਾਰ ਕਰੀ ਜਾਈਏ, ਬੱਚਿਆਂ ਤੇ ਕੀ ਅਸਰ ਪਊਗਾ, ਬਾਕੀਆਂ ਤੇ ਕੀ ਅਸਰ ਪਊਗਾ, ਬਾਕੀ ਨੌਜਵਾਨਾਂ ਤੇ ਕੀ ਅਸਰ ਪਊਗਾ। ਦੇਖੋ ਗੱਲ ਸੁਣੋ, ਮੈਂ ਦੂਸਰੀਆਂ ਹੋਰ ਕਈ ਜਿਹੜੇ ਸਾਈਡ ਇਫੈਕਟਸ ਨੇ ਨਾ, ਉਹਨਾਂ ਬਾਰੇ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ। ਤੁਸੀਂ ਆਪਣਾ ਬੀਜ ਨਾਸ਼ ਕਰ ਲੈਣਾ, ਤੁਸੀਂ ਆਪਣਾ ਵੰਸ਼ ਨਾਸ਼ ਕਰ ਲੈਣਾ। ਹਰਪ੍ਰੀਤ ਜੀ, ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ। ਦਿੱਲੀ 에ਅਰਪੋਰਟ ਤੋਂ ਤੁਸੀਂ ਚੜ੍ਹ ਤਾਂ ਜਾਓਗੇ, ਇੱਥੇ ਰੈਂਟੀ ਕਾਰਡ ਦਿਖਾ ਦੇਣਗੇ ਸਾਡੇ ਇਹ ਜੈਨੂਇਨ ਹੈ। ਤੁਹਾਨੂੰ ਇੰਗਲੈਂਡ 'ਚ ਨਾ ਬਾਹਮ ਰੋਡ ਕੇ, ਚਾਹੇ ਕੋਈ ਮੰਤਰੀ ਹੋਵੇ ਚਾਹੇ ਕੋਈ ਸੰਤਰੀ ਹੋਵੇ, ਇੰਗਲੈਂਡ, US, ਕੈਨੇਡਾ, ਨਾਰਥ ਅਮਰੀਕਾ 'ਚ ਨਾ ਬਾਹਮ ਰੋਡ ਕੇ ਪਿੱਛੇ ਹੱਥ ਕੜੀ ਲਾਉਂਦੇ ਆ, ਚਾਹੇ ਜਿੱਦਾਂ ਮਰਜ਼ੀ ਵੱਡਾ ਹੋਵੇ, ਚਾਹੇ ਉਹਨਾਂ ਦਾ ਆਪਣਾ ਮੰਤਰੀ ਕਿਉਂ ਨਾ ਹੋਵੇ। ਉਹਨਾਂ ਨੇ ਇੰਨੀ ਚੀਜ਼ ਵੀ ਤੁਹਾਡੇ ਕੋਲੋਂ ਫੜ ਲਈ ਨਾ, ਜੇਲ੍ਹ ਜਾਓਗੇ। ਜੇ ਤੁਸੀਂ ਨਹੀਂ ਲੈਂਦੇ ਤੁਸੀਂ ਤੜਪ ਮਰ ਜਾਣਾ। ਇੱਥੇ ਤਾਂ ਕਿਹਾ ਗਿਆ ਨਾ ਵੀ ਉਹਦੇ ਨਾਲ ਕੋਈ ਸਾਈਡ ਇਫੈਕਟ ਹੀ ਨਹੀਂ। ਕਿਉਂ ਨਹੀਂ ਸਾਈਡ ਇਫੈਕਟ? ਤੁਹਾਨੂੰ ਸਵੇਰੇ ਨਹੀਂ ਮਿਲੂਗੀ, ਤੁਸੀਂ ਚੀਕਾਂ ਮਾਰੋਗੇ, ਦੰਦੀਆਂ ਵੱਢੋਗੇ ਲੋਕਾਂ ਦੇ ਵੀ ਮੈਨੂੰ ਅਫੀਮ ਲਿਆ ਕੇ ਦਿਓ ਕਿਤੇੋਂ। ਠੀਕ ਹੈ ਪ੍ਰਭਜੋਤ ਸਿੰਘ, ਤੁਸੀਂ ਤਾਂ ਵੜ ਕੇ ਰਹਿ ਗਏ ਪੰਜਾਬ ਦੇ ਵਿੱਚ, ਡੋਡਿਆਂ ਦੇ ਖੇਤ 'ਚ ਵੜ ਕੇ ਸੁੱਤੇ ਰਿਹਾ ਕਰੋ। ਜਿੰਨਾ ਕਿ ਮੈਂ ਪੜ੍ਹਿਆ ਉਹਦੇ ਵਿੱਚ ਇਹ ਵੀ ਆਇਆ ਕਿ ਬਹੁਤ ਸਮਾਂ ਪਹਿਲਾਂ ਆਪਾਂ ਕੀਰਤੀਆਂ ਨੂੰ, ਕਾਮਿਆਂ ਨੂੰ, ਮਜ਼ਦੂਰਾਂ ਨੂੰ ਇੱਥੋਂ ਛੋਟੀ ਜਿਹੜੇ ਜ਼ਿੰਮੇਦਾਰ ਨੇ ਉਹ ਦਿੰਦੇ ਸੀਗੇ ਅਫੀਮ, ਕਿ ਇਹਨਾਂ ਦੇ ਕੰਮ ਦੇ ਵਿੱਚ ਰਫ਼ਤਾਰ ਆਵੇ, ਇਹਨਾਂ ਦੇ ਸਿਹਤਮੰਦ ਰਹਿਣ। ਜੇਕਰ ਅਜਿਹਾ ਕੁਝ ਹੁੰਦਾ ਸੀ ਤੇ ਅੱਜ ਦੇ ਪਰਸੈਪਸ਼ਨ 'ਚ ਉਹ ਚੇਂਜ ਕਿਉਂ ਹੋ ਗਿਆ? ਦੇਖੋ, ਜੇ ਤੁਸੀਂ ਹਰਪ੍ਰੀਤ ਹਿਸਟਰੀ ਦੇਖੋ ਨਸ਼ੇ ਦੀ, ਜਿਹੜੀ ਅਫੀਮ ਦਾ ਨਸ਼ਾ ਹੈ ਇਹ ਸਾਰੇ ਪੰਜਾਬ ਵਿੱਚ ਨਹੀਂ ਸੀ ਜੀ। ਇਹ ਉਹ ਮਾਲਵਾ ਬੈਲਟ ਵਿੱਚ ਸੀ, ਜਿੱਥੇ ਬਹੁਤ ਜ਼ਿਆਦਾ ਰੇਤਾ ਸੀ, ਗਰਮੀ ਬਹੁਤ ਸੀ ਔਰ ਰੇਤਾ ਹੁੰਦੀ ਸੀ। ਤੇ ਤੁਸੀਂ ਦੇਖੋਗੇ ਕਿ ਜਿਹੜੇ ਮਲਵਈ ਲੋਕ ਨੇ ਉਹ ਲੰਬੇ ਨੇ, ਪਤਲੇ ਨੇ, ਲੱਤਾਂ ਪਤਲੀਆਂ ਨੇ, ਕਾਫੀ ਲੰਬੇ ਨੇ। ਉੱਥੇ ਨਸ਼ਾ ਸਿਰਫ ਇੱਕੋ ਹੀ ਹੁੰਦਾ ਸੀ, ਬਿਕੋਜ਼ ਲੈਂਡ ਹੋਲਡਿੰਗ ਬਹੁਤ ਵੱਡੀਆਂ ਨੇ, ਪਾਣੀ ਲੱਗਦਾ ਨਹੀਂ ਸੀਗਾ। ਉਹਦੇ ਵਿੱਚ ਕੰਮ ਕਰਾਉਣ ਲਈ ਤੇ ਹੀਟ ਦਾ ਅਸਰ ਖਤਮ ਕਰਨ ਲਈ ਉਹ ਲੋਕ ਅਫੀਮ ਦਾ ਨਸ਼ਾ ਕਰਦੇ ਸੀ। ਤੇ ਉਹ ਅਸਲ ਜਿਹੜਾ ਅਫੀਮ ਦਾ ਨਸ਼ਾ ਹੈ ਉਹ ਮਲਵਈ ਨਸ਼ਾ ਆ, ਇਹ ਬਾਕੀ ਪੰਜਾਬ ਦਾ ਨਸ਼ਾ ਨਹੀਂ ਸੀ ਕਦੇ ਵੀ। ਠੀਕ ਹੈ, ਉਹ ਨਸ਼ਾ ਲੈਂਦੇ ਸੀ, ਉਹਦੇ ਨਾਲ ਉਹਨਾਂ ਦੀ ਕੰਮ ਦੀ ਸਮਰੱਥਾ ਵੱਧ ਜਾਂਦੀ ਸੀ, ਹੀਟ ਵਿੱਚ ਰਹਿਣ ਦੀ, ਤੇ ਬਿਨਾਂ ਪਾਣੀ ਪੀਤਿਆਂ ਹੋਰ ਸਾਰੇ ਕੰਮ ਕੀਤਿਆਂ। ਇਹ ਅਫੀਮ ਦੇ ਕੁਝ ਕੁਆਲਿਟੀਜ਼ ਹੁੰਦੀਆਂ ਨੇ ਜਿਹਦੇ 'ਚ ਉਹਨਾਂ ਦੀ ਪ੍ਰੋਡਕਟਿਵਿਟੀ ਵੀ ਠੀਕ ਰਹਿੰਦੀ ਸੀ। ਲੇਕਿਨ ਗ੍ਰੈਜੂਅਲੀ ਜਦੋਂ ਪਾਣੀ ਲੱਗ ਗਿਆ, ਹੋਰ ਚੀਜ਼ਾਂ ਆਈਆਂ, ਤੇ ਉੱਥੇ ਵੀ ਬਾਕੀ ਦੇ ਨਸ਼ੇ ਜਿਹੜੇ ਨੇ ਟ੍ਰੈਡੀਸ਼ਨਲ ਜਾਂ ਆਪਣੇ ਹੋਰ ਨਸ਼ੇ ਨੇ, ਜਿਵੇਂ ਸ਼ਰਾਬ ਵੀ ਆ ਗਈ, ਹੋਰ ਚੀਜ਼ਾਂ ਵੀ ਉੱਥੇ ਆ ਗਈਆਂ। ਸੋ ਉਹ ਇੱਕ ਬਹੁਤ ਪੁਰਾਣੀ ਹਿਸਟਰੀ ਸੀ, ਜਿਵੇਂ ਐਵੋਲੂਸ਼ਨ ਹੁੰਦਾ। ਸੋ ਨਵੇਂ ਨਸ਼ਿਆਂ ਵਿੱਚ ਵੀ ਐਵੋਲੂਸ਼ਨ ਹੁੰਦਾ ਗਿਆ, ਤੇ ਫਿਰ ਅਲਟੀਮੇਟਲੀ ਉਸੇ ਲੋਕੀ ਨਸ਼ੇ ਨੂੰ ਛੋਟੇ ਉਸ ਵੇਲੇ ਪਿੰਡਾਂ ਵਿੱਚ ਤੀਵੀਆਂ ਵੀ ਬੱਚਿਆਂ ਨੂੰ ਥੋੜੀ ਫੀਮ ਲਾ ਕੇ ਬੱਚੇ ਨੂੰ ਸਵਾ ਦਿੰਦੀਆਂ ਸੀਗੀਆਂ। ਇਹ ਸਾਡੀ ਟ੍ਰੈਡੀਸ਼ਨ ਰਹੀਆਂ ਪੰਜਾਬ ਦੀਆਂ। ਲੇਕਿਨ ਉਹ ਹੁਣ ਗੱਲਾਂ ਲੋਕਾਂ ਨੂੰ ਜਦੋਂ ਅਵੇਅਰਨੈਸ ਆਈ ਹੈ ਕਿ ਨਸ਼ਾ ਤਾਂ ਨਸ਼ਾ ਹੀ ਹੈ, ਕਿਸੇ ਤਰੀਕੇ ਦਾ ਨਸ਼ਾ ਲਾਉਣਾ ਗਲਤ ਗੱਲ ਹੈ। ਤੇ ਜੇ ਤੁਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਹੋ, ਪਹਿਲੀ ਗੱਲ ਤਾਂ ਮੈਂ ਸਿਰਫ ਇੱਕ ਗੱਲ ਇਹ ਕਹਿਣੀ ਚਾਹੁੰਦਾ ਇੱਥੇ ਕਿ ਸਾਡੀ ਸਰਕਾਰ ਨੇ ਕੀ
ਕੋਈ ਪਾਲਿਸੀ ਪ੍ਰੋਗਰਾਮ ਬਣਾਇਆ ਹੈ ਕਿ ਅਸੀਂ ਨਸ਼ਾ ਖਤਮ ਕਰਨਾ ਹੈ। ਵਾਈ ਵੀ ਆਰ ਟਾਕਿੰਗ ਆਫ ਕਿ ਅਸੀਂ ਇਹਨੂੰ ਐ ਕਰਕੇ ਐ ਕਰਦੇ ਨੇ, ਡਿਵਰਸ਼ਨ ਕਿਉਂ ਕਰ ਰਹੇ ਹਾਂ? ਆਵਰ 1 ਪੁਆਇੰਟ ਪ੍ਰੋਗਰਾਮ ਸ਼ੁੱਡ ਬੀ ਹਾਊ ਟੂ ਫਿਨਿਸ਼ ਨਸ਼ਾ ਇਨ ਪੰਜਾਬ। ਖਤਮ ਕਿਵੇਂ ਕਰਨਾ? ਇੱਦਾਂ ਕਰ ਲਓ, ਇੱਦਾਂ ਘਟਾ ਕੇ ਇੱਦਾਂ ਘਟਾ ਲਓ। ਮੈਨੂੰ ਯਾਦ ਹੈ ਅੱਜ ਤੋਂ 15-20 ਸਾਲ ਪਹਿਲਾਂ ਇਹ ਗੱਲ ਬੜੀ ਚੱਲੀ ਸੀ ਕਿਸੇ ਜ਼ਮਾਨੇ ਵਿੱਚ ਕਿ ਜੀ ਲੋਕ ਸ਼ਰਾਬ ਬਹੁਤ ਪੀਣ ਲੱਗ ਗਏ ਤੇ ਹਾਰਡ ਲਿਕਰ ਤੋਂ ਹਟਾਉਣ ਲਈ ਤੁਸੀਂ ਛੋਟੇ ਸ਼ਹਿਰਾਂ ਵਿੱਚ ਛੋਟੀਆਂ ਦੁਕਾਨਾਂ ਤੇ ਲਾਈਟ ਬੀਅਰ ਤੇ ਸ਼ੁਰੂ ਕਰ ਦਿਓ, ਵਾਈਨ ਵੇਚਣੀ ਸ਼ੁਰੂ ਕਰ ਦਿਓ ਤਾਂ ਕਿ ਲੋਕਾਂ ਨੂੰ ਹਾਰਡ ਲਿਕਰ ਤੋਂ ਹਟਾ ਕੇ ਹਲਕੇ ਨਸ਼ੇ ਤੇ ਲਿਆਂਦਾ ਜਾਵੇ। ਉਹਦਾ ਕੀ ਹਾਲ ਹੋਇਆ? ਉਹ ਜਿਹੜੀ ਲਾਈਟ ਬੀਅਰ ਸੀ ਉਹ ਬਿਲਕੁਲ ਬੰਦ ਹੋ ਗਈ। ਅੱਜ ਉਹ ਸਾਰੀਆਂ ਸਟਰੋਂਗ ਬੀਅਰ ਬਣਾਉਂਦੇ ਨੇ। ਜਿਹੜੀ 5 ਰੁਪਏ ਦੀ ਬੀਅਰ ਹੁੰਦੀ ਸੀ ਅੱਜ 150 ਰੁਪਏ ਦੀ ਬੀਅਰ ਹੋ ਗਈ ਔਰ ਨਸ਼ਾ ਕੋਈ ਨਹੀਂ ਘਟਿਆ। ਸੇ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਆ ਘਟਾ ਕੇ ਤੇ ਤੁਸੀਂ ਫੀਮ ਤੇ ਲਾ ਦੋਗੇ, ਥੋੜਾ ਸਸਤਾ ਨਸ਼ਾ ਕਰੋਗੇ, ਨਹੀਂ ਹੋ ਪਾਣਾ। ਅੱਜ ਪੰਜਾਬ ਵਿੱਚ, ਸਾਰੇ ਪੰਜਾਬ ਵਿੱਚ ਜੇ ਸਰਕਾਰ ਨੇ ਨਸ਼ਾ ਖਤਮ ਕਰਨਾ ਹੁੰਦਾ, ਸਾਰੇ ਪੰਜਾਬ ਵਿੱਚ ਇੱਕ ਵਾਈਲਡ ਗਰੋਥ ਹੁੰਦੀ ਹੈ ਭੰਗ ਦੀ। ਕਿੰਨਾ ਸਸਤਾ ਤੇ ਵੱਡਾ ਨਸ਼ਾ, ਜੇ ਉਹ ਇਹ ਨਸ਼ੇ ਨਹੀਂ ਖਤਮ ਕਰ ਸਕਿਆ, ਜਿਹੜੀ ਸਭ ਤੋਂ ਸਸਤੀ ਤੇ ਕਨਵੈਨਸ਼ਨ ਨਸ਼ਾ ਹੈ ਉਹ ਆਲਰੇਡੀ ਅਵੇਲੇਬਲ ਹੈ ਸਾਰੇ ਪੰਜਾਬ ਵਿੱਚ, ਥਾਂ ਤੇ, ਸੜਕਾਂ ਤੇ, ਖੇਤਾਂ ਵਿੱਚ, ਪਾਰਕਾਂ ਵਿੱਚ। ਤੇ ਜੇ ਤੁਸੀਂ ਸੋਚਦੇ ਹੋ ਕਿ ਆਲਟਰਨੇਟਿਵ ਸਸਤਾ ਨਸ਼ਾ ਹੈਗਾ ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਨਹੀਂ ਵੀ ਹੁੰਦਾ, ਬਹੁਤ ਸਾਰੇ ਲੋਕੀ ਭੰਗ ਦੇ ਪਕੌੜੇ ਵੀ ਖਾਂਦੇ ਨੇ। ਤੁਹਾਨੂੰ ਪਤਾ ਕਿ ਹੋਲੀ ਦੇ ਫੈਸਟੀਵਲ ਨਾਲ ਬੜੀ ਕਨੈਕਟੀਵਿਟੀ ਹੈ, ਲੇਕਿਨ ਜੇ ਉਹ ਭੰਗ ਵੀ ਨਹੀਂ ਖਤਮ ਕਰ ਸਕੀ ਨਸ਼ੇ, ਤਾਂ ਤੁਸੀਂ ਕੀ ਸੋਚਦੇ ਹੋ ਕਿ ਫੀਮ ਕਿਵੇਂ ਖਤਮ ਕਰ ਲੇਗੀ? ਠੀਕ ਹੈ, ਇੱਕ ਛੋਟਾ ਜਿਹਾ ਬ੍ਰੇਕ ਲੈਣਾ ਪਏਗਾ। ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਇੱਕ ਅਹਿਮ ਮੁੱਦਾ ਕਿ ਪੰਜਾਬ ਕਿਵੇਂ ਹੋਵੇ ਨਸ਼ਾ ਮੁਕਤ, ਇਹ ਇੱਕ ਵੱਡਾ ਸਵਾਲ ਅੱਜ ਸਾਰਿਆਂ ਦੀ ਜ਼ੁਬਾਨ ਤੇ ਹੈਗਾ ਕਿ ਨਸ਼ੇ ਦਾ ਬਦਲ ਨਸ਼ਾ ਹੋ ਸਕਦਾ ਹੈ। ਇਹ ਇੱਕ ਵੱਡਾ ਸਵਾਲ ਵੀ ਹੈ। ਲਾਪਰਾ ਸਾਹਿਬ, ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਹਿ ਦਿੱਤਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਅਕਸਰ ਤੇ ਆਮ ਤੌਰ ਤੇ ਹੀ ਅਸੀਂ ਦੇਖਦੇ ਹਾਂ ਕਿ ਸਿੱਧੂ ਸਾਹਿਬ ਬਿਆਨ ਤਾਂ ਦੇ ਦਿੰਦੇ ਨੇ, ਬਾਅਦ ਦੇ ਵਿੱਚੋਂ ਉਹਨਾਂ ਦੇ ਹੀ ਕੈਬਨਿਟ ਮੰਤਰੀ ਜਾਂ ਸੀਐਮ ਸਾਹਿਬ ਵੀ ਉਹਨਾਂ ਦੀ ਨਿਖੇਧੀ ਕਰ ਦਿੰਦੇ ਨੇ। ਇੰਨੇ ਵੱਡੇ ਇਸ਼ੂ ਦੇ ਉੱਤੇ ਕੋਈ ਸਟੇਟਮੈਂਟ ਦੇਣੀ, ਤੁਹਾਨੂੰ ਨਹੀਂ ਲੱਗਦਾ ਕਿ ਘੱਟੋ ਘੱਟ ਆਪਣੇ ਸੀਐਮ ਸਾਹਿਬ ਦੇ ਨਾਲ ਸਲਾਹ ਕਰਕੇ ਅਜਿਹਾ ਕੋਈ ਸਲਾਹ ਮਸ਼ਵਰਾ ਦੇਣਾ ਚਾਹੀਦਾ? ਦੇਖੋ ਜੀ, ਸਿੱਧੂ ਸਾਹਿਬ ਜਦੋਂ ਬਿਆਨ ਦਿੰਦੇ ਆ, ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਨੂੰ ਇੰਨਾ ਹਾਈਪ ਕ੍ਰੀਏਟ ਕਰਕੇ ਤੁਸੀਂ ਸਾਰੇ ਤਾਂ ਅੱਜ ਇਹ ਸ਼ੋਅ ਕਰ ਰਹੇ ਹੋ ਵੀ ਸਿੱਧੂ ਸਾਹਿਬ ਨੇ ਬਿਆਨ ਨਹੀਂ ਦਿੱਤਾ। ਸਾਰੇ ਪੰਜਾਬ ਦੇ ਜਾ ਕੇ ਉਹਨਾਂ ਨੇ ਮੂੰਹ 'ਚ ਫੀਮ ਪਾਤੀ। ਉਹਨਾਂ ਨੇ ਤਾਂ ਇਹ ਕਿਹਾ, ਉਹਨਾਂ ਨੇ ਤਾਂ ਚੁਣਿਆ ਨੁਮਾਇੰਦਾ ਕੈਬਨਿਟ ਮੰਤਰੀ ਜਦੋਂ ਪੰਜਾਬ ਦੇ ਲੋਕਾਂ ਨੂੰ ਇੱਕ ਨਸ਼ਾ ਛੱਡ ਕੇ ਦੂਜਾ ਨਸ਼ਾ ਲਗਾਉਣ ਦੀ ਗੱਲ ਕਰ ਰਿਹਾ, ਤੁਸੀਂ ਕਹਿ ਰਹੇ ਹੋ ਬੜੀ ਛੋਟੀ ਜਿਹੀ ਗੱਲ ਹੈ। ਪੰਜਾਬ ਦੇ ਲੋਕਾਂ ਨੂੰ ਨਹੀਂ ਜੀ, ਉਹ ਨਸ਼ੇੜੀਆਂ ਨੂੰ ਜਿਹੜੇ ਆਲਰੇਡੀ ਨਸ਼ਾ ਕਰ ਰਹੇ ਆ। ਪੰਜਾਬ ਦੇ ਵਸਨੀਕ ਨੇ ਨਾ ਨਸ਼ੇੜੀ, ਜਾਂ ਉਹਨਾਂ ਨੂੰ ਮੰਨਦੇ ਨਹੀਂ ਤੁਸੀਂ ਉਹਨਾਂ ਨੂੰ ਪੰਜਾਬ ਦਾ? ਬਿਲਕੁਲ ਮੰਨਦੇ ਆ ਜੀ। ਜਿਹੜਾ ਬੰਦਾ ਨਸ਼ਾ ਆਲਰੇਡੀ ਕਰ ਰਿਹਾ ਹੈ ਉਹਨੂੰ ਬਦਲ ਕੇ ਆ, ਨਾ ਕਿ ਕਿਹਾ ਵੀ ਪੰਜਾਬ ਦੇ ਸਾਰੇ ਲੋਕ ਫੀਮ ਖਾਣੀ ਸ਼ੁਰੂ ਕਰ ਦੇਣ, ਪੰਜਾਬ ਦੇ ਸਾਰੇ ਲੋਕ ਡੋਡੇ ਖਾਣੇ ਸ਼ੁਰੂ ਕਰ ਦੇਣ। ਇਹੋ ਜੀ ਬਿਲਕੁਲ ਗੱਲ ਨਹੀਂ ਹੈ। ਸਰਦਾਰ ਨਵਜੋਤ ਸਿੰਘ ਸਿੱਧੂ ਨੇ ਇੰਨੀ ਗੱਲ ਕਹੀ ਹੈ ਕਿ ਜੇ ਆਪਾਂ ਨੂੰ ਸਿੰਥੈਟਿਕ ਡਰੱਗ ਜਿਹੜਾ ਕਿ ਮਜੀਠੇ ਹਲਕੇ ਤੋਂ ਸ਼ੁਰੂ ਹੁੰਦਾ, ਸਰਦਾਰ ਬਿਕਰਮ ਸਿੰਘ ਚਿੱਟੇ ਮਜੀਠੀਏ ਨੇ 10 ਸਾਲ ਵੇਚਿਆ, ਉਹਨੂੰ ਬੰਦ ਕਰਨਾ ਤਾਂ ਉਹਦੇ ਵਾਸਤੇ ਜਿਹੜੇ ਪੁਰਾਣੇ ਰਵਾਇਤੀ ਨਸ਼ੇ ਆ, ਤੁਸੀਂ ਤੁਹਾਡੇ ਕੋਲ ਕੋਈ ਪ੍ਰੂਫ ਹੈ ਤੇ ਇੱਥੇ ਦਿਓ ਜਾਂ ਮਾਫੀ ਮੰਗੋ। ਪਹਿਲੇ ਆਮ ਆਦਮੀ ਪਾਰਟੀ ਨੇ ਇਹੋ ਜਿਹਾ ਐਲੀਗੇਸ਼ਨ ਲਾ ਕੇ ਮਾਫੀ ਮੰਗੀ ਹੈ। ਜੀ ਪ੍ਰੂਫ ਦੀ ਲੋੜ ਉੱਤੇ ਹੁੰਦੀ ਹੈ ਜਿੱਥੇ ਲੋਕ ਨਾ ਮੰਨਣ, ਸਾਰੇ ਪੰਜਾਬ ਨੂੰ ਪਤਾ। ਸੰਗੇੜਾ ਸਾਹਿਬ ਨੂੰ ਪਤਾ। ਦੇਖੋ ਹਰਪ੍ਰੀਤ ਜੀ ਇੱਕ ਗੱਲ ਸੁਣ ਲਓ, ਚਲੋ ਆਪਾਂ ਗੱਲ ਕਰੀਏ ਆਪਾਂ ਅਫੀਮ ਦੀ ਗੱਲ ਕਰੀਏ। ਮੇਰੀ ਰਿਕੁਐਸਟ ਦੋ, ਹਰਪ੍ਰੀਤ ਜੀ ਆਪਾਂ ਸੁਸਾਇਟੀ ਦੀ ਗੱਲ ਕਰਨ ਵਾਸਤੇ ਦੋਵਾਂ ਨੂੰ ਰਿਕੁਐਸਟ ਹੈ। ਆਪਾਂ ਇੰਡੀਵਿਜੂਅਲ ਐਲੀਗੇਸ਼ਨ, ਮੇਰੀ ਗੱਲ ਸੁਣ ਲਓ, ਇਹਨਾਂ ਕੋਲ ਕੋਈ ਜਵਾਬ ਨਹੀਂ ਹੋਇਆ। ਜਿਹੜੀ ਸੁਸਾਇਟੀ ਦੀ ਗੱਲ ਹੈ ਤੇ 4 ਦੇ 4 ਜਿਹੜੇ ਪੈਨਲਿਸਟ ਨੇ ਉਹਨਾਂ ਨੇ ਇਹਨਾਂ ਨੂੰ ਦੁਤਕਾਰਾ ਹੈ। ਹੁਣ ਇਹ ਗੱਲ ਪੋਲੀਟੀਕਲ ਕਰ ਰਹੇ ਨੇ। ਦੇਖੋ ਜਿਹੜੀ ਫੈਕਚੁਅਲ ਗੱਲ ਕਰਨੀ ਲਾਪਰਾ ਜੀ ਕਰੋ। ਜੇ ਤੁਸੀਂ ਐਵੇਂ ਬੇਫਜ਼ੂਲ ਕੋਈ ਗੱਲ ਕਰਨੀ ਵਿਦਆਊਟ ਐਵੀਡੈਂਸ ਤੇ ਤੁਸੀਂ ਸੰਗੇੜਾ ਸਾਹਿਬ ਨੂੰ ਪੁੱਛ ਲਓ। ਆਪਨੇ ਮਾਫੀ ਮੰਗੀ ਹੈ। ਆਪ ਪਾਰਟੀ ਨੇ ਮਾਫੀ ਮੰਗੀ। ਚਲੋ ਇੱਕ ਹੀ ਕਰਕੇ ਆਪਾਂ ਲੈ ਮਾਫੀ ਗੱਲ ਕਰਦਾ ਜੀ। ਗੱਲ ਨਹੀਂ ਹੈ, ਜਿਹੜੇ ਅਸੀਂ ਆਮ ਆਦਮੀ ਪਾਰਟੀ ਨੇ ਮਾਫੀ ਮੰਗੀ। ਜੰਗਵੀਰ ਸਿੰਘ ਜੀ, ਤੁਸੀਂ ਆਮ ਆਦਮੀ ਪਾਰਟੀ ਨੂੰ ਵਿੱਚ ਨਾ ਘੜੀਸੋ। ਸਰ ਆਪਾਂ ਮੁੱਦੇ ਤੋਂ ਡਿਵਰਟ ਨਾ ਹੋਈਏ। ਆਪਾਂ ਮੁੱਦੇ ਤੇ ਰਹੀਏ, ਮੁੱਦੇ ਤੇ ਪਟਾਂਗੇ ਮੁੱਦੇ ਦੀ ਗੱਲ ਇਹ ਹੈ, ਸਿਆਸਤ ਦੀ ਭੇਂਟ ਚੜ ਜਣੀ ਹੈ। ਚਲੋ ਸਿਆਸਤ ਦੀ ਗੱਲ ਨਹੀਂ, ਜਿਹੜੀ ਸਿੰਥੈਟਿਕ ਨਸ਼ਾ, ਜਿੰਨਾ ਸਿੰਥੈਟਿਕ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਇੰਪੋਰਟੈਂਟ ਬਣਾਇਆ। ਪਹਿਲਾਂ ਸਰਦਾਰ ਸਾਹਿਬ ਨੇ ਕਿਹਾ ਵੀ ਫੀਮ ਖਾਣ ਨਾਲ ਵੀ ਆਪਣੀ ਜਨਰੇਸ਼ਨਸ ਖਰਾਬ ਹੁੰਦੀਆਂ।
ਆਪਣੀ ਜਨਰੇਸ਼ਨ ਫੀਮ ਖਾਣ ਨਾਲ ਬਿਲਕੁਲ ਖਰਾਬ ਨਹੀਂ ਹੁੰਦੀ, ਕਿਉਂਕਿ ਮੈਂ ਇਹ ਕਹਿ ਰਿਹਾ ਕਿ ਜਿਹੜੇ ਆਲਰੇਡੀ ਸਿੰਥੈਟਿਕ ਨਸ਼ੇ ਦੀ ਭੇਟ ਚੜ ਚੁੱਕੇ ਸਰਦਾਰ ਸਾਹਿਬ, ਵੀ ਉਹਨਾਂ ਨੂੰ ਇਹਦੇ ਬਦਲ ਤੇ ਲਾ ਕੇ ਹੌਲੀ ਹੌਲੀ ਅਫੀਮ ਵੀ ਛਡਾਈ ਜਾਵੇ। ਤੇ ਅਫੀਮ ਦੀ ਅਵੇਲੇਬਿਲਟੀ ਵਾਸਤੇ ਇੱਕ ਕੰਟਰੋਲਡ ਮੈਨਰ 'ਚ, ਚਾਹੇ ਸਰਕਾਰ ਬਹੁਤ ਥੋੜੇ ਏਰੀਆ 'ਚ ਖੇਤੀ ਕਰਾਵੇ ਤੇ ਲੋਕਾਂ ਦੇ ਕਾਰਡ ਬਣ ਉਹਨਾਂ ਨੂੰ ਦਿੱਤੀ ਜਾਵੇ। ਅਫੀਮ ਦਾ ਕੋਈ ਨੁਕਸਾਨ ਨਹੀਂ ਹੁੰਦਾ, ਕਿਉਂਕਿ ਉਹਦੀ ਜਿੰਦੀ ਜਾਗਦੀ ਲੌਂਗ ਲਾਈਫ ਹੁੰਦੀ ਹੈ। ਹੁਣ ਵੱਡਾ ਗੱਲ, ਤੇ ਮੱਧ ਪ੍ਰਦੇਸ਼ 'ਚ ਜਿੱਥੇ ਆਲਰੇਡੀ ਇਹ ਖੇਤੀ ਹੋ ਰਹੀ ਹੈ, ਉੱਥੇ ਵੀ ਕੰਟਰੋਲਡ ਮੈਨਰ 'ਚ ਹੋ ਰਹੀ ਹੈ। ਜਿੰਨੇ ਪੰਜਾਬ ਦੇ ਨਾਲ ਰਾਜਸਥਾਨ ਦਾ ਬਾਰਡਰ ਲੱਗਦਾ, ਜੇ ਤੁਸੀਂ ਉੱਥੇ ਦੇਖੋ ਜਿਹੜੇ ਉਹਨਾਂ ਦੇ ਡੋਡਿਆਂ ਤੇ ਅਫੀਮ ਦੇ ਠੇਕੇ ਨੇ, ਉੱਥੇ ਵੀ ਪੰਜਾਬੀ 'ਚ ਲਿਖਿਆ ਹੋਇਆ, ਕਿਉਂਕਿ ਜਿਹੜੇ ਆਪਣੇ ਇੱਥੋਂ ਪੰਜਾਬ ਦੇ ਲੋਕ ਹੈ, ਉੱਥੋਂ ਜਾ ਕੇ ਲੈ ਕੇ ਉਹ ਆਪਦੇ ਆਪਣੇ ਰੋਜ਼ ਦੀ ਉਹ ਪੂਰਤੀ ਕਰਦੇ ਆ। ਤੇ ਜੇ ਇਹਨੂੰ ਕੰਟਰੋਲਡ ਵਿੱਚ ਗਵਰਨਮੈਂਟ ਕੰਟਰੋਲ ਕਰ ਲਵੇ, ਸੈਂਟਰ ਗਵਰਨਮੈਂਟ ਵੀ ਕਹਿ ਦੇਵੇ ਵੀ ਹਾਂ ਵੀ ਪੰਜਾਬ 'ਚ ਡਰੱਗ ਇਸ਼ੂ ਇੱਕ ਸੀਰੀਅਸ ਇਸ਼ੂ ਹੈ, ਪਤਾ ਇਹਨੂੰ ਕਰਬ ਕਰਨ ਨੂੰ। ਲਾਪਰ ਸਾਹਿਬ ਮੈਂ ਦੱਸਦਾ, ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਇਹ ਕਹਿੰਦਾ ਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਆਣਾ ਸੀ, ਤੁਸੀਂ ਇਹ ਕਿਉਂ ਨਹੀਂ ਕਿਹਾ? ਉਦੋਂ ਤੁਸੀਂ ਇਹ ਕਿਹਾ ਕਿ ਨਸ਼ੇ ਖਤਮ ਕਰਾਂਗੇ, ਉਦੋਂ ਤੁਸੀਂ ਇਹ ਕਿਉਂ ਨਹੀਂ ਕਿਹਾ ਕਿ ਸਿੰਥੈਟਿਕ ਨਸ਼ੇ ਖਤਮ ਕਰਕੇ ਰਵਾਇਤੀ ਨਸ਼ੇ ਸ਼ੁਰੂ ਕਰਾਂਗੇ? ਨਸ਼ਾ ਬਹੁਤ ਘੱਟ ਰਹਿ ਗਿਆ ਜੀ ਪੰਜਾਬ 'ਚ, ਨਹੀਂ, ਉਹ ਨਾਲੇ ਜਿੰਨਾ drug- ਮਾੜਾ ਮੋਟਾ ਇਹਦਾ ਰਹਿ ਗਿਆ ਜਵਾਬ ਉਹਨੂੰ ਖਤਮ ਕਰਨ ਨੂੰ। ਲਾਪਰਾ ਜੀ ਜਹਾਂਗੀਰ ਜੀ। ਡਰੱਗ ਨੂੰ ਹਟਾਉਣ ਦਾ ਇਹ ਤਰੀਕਾ ਨਹੀਂ, ਦੂਜੀ ਡਰੱਗ ਤੇ ਲਾ ਦਿਓ। ਨਾਲੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਹੜਾ ਬੱਚਾ ਚਿੱਟੇ ਤੇ ਲੱਗਿਆ ਹੋਇਆ ਨਾ, ਉਹਦਾ ਲਾਈਫ ਸਪੈਨ ਬਹੁਤ ਘਟ ਜਾਂਦਾ ਹੈ, ਉਹਦਾ ਇਲਾਜ ਹੀ ਜ਼ਰੂਰੀ ਆ। ਇਹ ਨਹੀਂ ਹੈ ਤੁਸੀਂ ਉਹਨੂੰ ਫੀਮ ਦੇ ਦਿਓ ਤੇ ਉਹ ਦੂਜਾ ਅਸਰ ਉੱਤੇ ਹਟ ਜਾਏਗਾ। ਸਰ ਐਜ਼ ਅ ਮੈਡੀਸਿਨ ਚਲੋ ਹੁਣ ਆਪਾਂ ਰਿਪਲਾਈ ਲੈ ਲਈਏ। ਇਹ ਬੜੀ scientific ਗੱਲ ਹੈ, ਇੱਕ ਇੱਕ ਕਰਕੇ ਲੈ ਲਈਏ ਸਰ। ਹਾਂਜੀ ਜੀ, ਇਹ ਪਹਿਲੇ ਆਪਾਂ ਗੱਲ ਕਰ ਲਈ ਹੈ। ਮੈਂ ਤਾਂ ਤੁਹਾਨੂੰ ਪੂਰੀ ਰਿਸਰਚ ਆਰਟੀਕਲ ਦੇ ਬਾਰੇ ਦੱਸਿਆ ਸੀ, ਰਾਜਸਥਾਨ ਤੇ ਮੱਧ ਪ੍ਰਦੇਸ਼ ਦਾ, ਔਰ ਲਾਪਰਾਂ ਜੀ ਦੀ ਨੌਲੇਜ ਵਾਸਤੇ ਡੋਡੇ ਦੇ ਠੇਕੇ ਵੀ ਰਾਜਸਥਾਨ ਨੇ ਬੰਦ ਕਰਤੇ ਨੇ, ਕਾਫੀ ਦੇਰ ਹੋ ਗਈ ਬੰਦ ਕੀਤੇ ਨੂੰ। ਉਹਨਾਂ ਨੇ ਵੀ ਰਿਅਲਾਈਜ਼ ਕੀਤਾ ਵੀ ਇਹਦੇ ਗਲਤ ਆਪਣਾ ਸਿੱਟੇ ਨੇ। ਹੁਣ ਦੂਜੀ ਗੱਲ ਇਹ ਹੈ, ਆਪਾਂ ਨੂੰ ਇਹ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ, ਕਿਉਂਕਿ ਡਿਬੇਟ ਦੂਜੇ ਪਾਸੇ ਜਾ ਰਹੀ ਸੀ। ਇੱਕ ਹੋਰ ਗੱਲ ਆਪਾਂ ਨੂੰ ਰਿਅਲਾਈਜ਼ ਕਰਨ ਦੀ ਲੋੜ ਹੈ। ਅਸੀਂ ਪੰਜਾਬ 'ਚ ਹਾਂ, ਅਸੀਂ ਬਾਰਡਰ ਤੇ ਹਾਂ, ਅਸੀਂ 골ਡਨ ਟ੍ਰਾਇੰਗਲ ਦੇ ਕੋਲ ਹੈ। ਇਹ 골ਡਨ ਟ੍ਰਾਇੰਗਲ ਉਹ ਹੈ ਜਿੱਥੋਂ ਨਸ਼ਾ ਪੂਰੇ ਹਿੰਦੁਸਤਾਨ ਤੋਂ ਛੱਡੋ ਪੂਰੇ ਦੇਸ਼ 'ਚ ਜਾਂਦਾ, ਅਫਗਾਨਿਸਤਾਨ ਤੋਂ ਪਾਕਿਸਤਾਨ, ਪਾਕਿਸਤਾਨ ਤੋਂ ਪੰਜਾਬ, ਔਰ ਇੱਥੋਂ ਦਿੱਲੀ ਬੰਬੇ ਤੋਂ ਪੂਰੇ ਦੁਨੀਆ 'ਚ ਜਾਂਦਾ ਹੈ, ਨਾਰਥ ਅਮਰੀਕਾ ਤੱਕ ਜਾਂਦਾ, ਨਾਰਥ ਅਮਰੀਕਾ ਤੇ ਪੂਰੇ ਦੁਨੀਆ 'ਚ ਜਾਂਦਾ ਹੈ। ਹੁਣ ਆਪਾਂ ਕਹਿ ਰਹੇ ਹਾਂ ਇੱਕ 골ਡਨ ਟ੍ਰਾਇੰਗਲ ਉੱਥੇ ਬਣ ਗਿਆ ਅਫਗਾਨਿਸਤਾਨ ਪਾਕਿਸਤਾਨ 'ਚ, ਆਪਾਂ ਇੱਕ ਹੋਰ ਬਾਰਡਰ ਤੇ ਇਹ ਬਣਾਉਣਾ ਚਾਹ ਰਹੇ ਹਾਂ ਜਿੱਥੇ ਫੀਮ ਖੁੱਲ੍ਹੇਆਮ ਆਪਣਾ ਕਲਟੀਵੇਸ਼ਨ ਹੋਏ, ਔਰ ਕਲਟੀਵੇਸ਼ਨ ਦੇ ਬਾਅਦ ਹੈਰੋਇਨ ਤੇ ਸਮੈਕ ਬਣੇ, ਔਰ ਫਿਰ ਸਿੰਥੈਟਿਕ ਨਸ਼ਾ ਵੀ ਬਣੇ। ਔਰ ਸਿਰਫ ਇਹ ਗੱਲ ਨਹੀਂ ਹਰਪ੍ਰੀਤ ਜੀ, ਤੁਸੀਂ ਇਹ ਦੇਖਿਆ ਹੋਗਾ ਨਾਰਕੋ ਟੈਰਰਿਜ਼ਮ ਬਾਰੇ ਤੁਹਾਨੂੰ ਪਤਾ ਹੈ, ਜਿਹੜਾ ਨਸ਼ਾ ਹੈ ਤੇ ਜਿਹੜੇ ਆਰਮਸ ਹੈ ਉਹ ਇੱਕ ਹੈ, ਉਹ ਰਲੇ ਹੋਏ ਨੇ। ਤੁਸੀਂ ਬਾਰਡਰ ਤੇ ਦੇਖ ਲਓ ਪਿੱਛੇ ਆਪਣਾ ਕਿ ਜਿੰਨੇ ਵੀ ਸੀਜ਼ਰ ਹੁੰਦੇ ਨੇ, ਮੈਂ ਕਿਸੇ ਪੋਲੀਟੀਕਲ ਲੀਡਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਜਿਹੜੇ ਸੀਜ਼ਰ ਹੋਏ ਨੇ, ਜਿਹੜੇ ਕੇਸ ਹੋਏ ਨੇ, ਉਹਨਾਂ 'ਚ ਆਪਣਾ ਨਸ਼ੇ ਦੇ ਨਾਲ ਹਮੇਸ਼ਾ ਪਿਸਤੌਲ, ਬੰਦੂਕ, AK-47 ਹਮੇਸ਼ਾ ਮਿਲਣਗੀਆਂ। ਇਹ ਨਸ਼ਾ ਤੇ ਇਹ ਜਿਹੜੇ ਆ ਗਲਤ ਅੰਸ਼ਰ, ਇਹਨੂੰ ਆਪਣਾ ਆਰਮਸ ਦੇ ਨਾਲ ਲਿੰਕ ਕਰਕੇ ਇਹ ਕੱਲ ਨੂੰ ਸਾਡੇ ਤੇ ਆਪਣੇ ਕੰਟਰੀ ਨੂੰ ਖਤਰੇ ਹੋ ਸਕਦਾ। ਸਾਡੇ ਸੀ ਬਾਰਡਰ ਤੇ ਆ, ਸਾਨੂੰ ਤਾਂ ਪਾਕਿਸਤਾਨ ਦੀ ISI ਪਹਿਲੇ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਇਹਨਾਂ ਨੂੰ ਤਾਂ ਆਪਾਂ ਇੱਕ ਹੋਰ ਹਥਿਆਰ ਦੇ ਰਹੇ ਆ। ਇਹ ਮੈਂ ਬਿਲਕੁਲ ਸਖਤ ਇਹਦੇ ਖਿਲਾਫ ਹੈ, ਮੈਂ ਬਿਲਕੁਲ ਸਖਤ ਖਿਲਾਫ ਹੈ, ਕਦੇ ਵੀ ਨਹੀਂ ਹੋਣਾ ਚਾਹੀਦਾ। ਖੁਸ਼ਹਾਲ ਹੋ ਗਿਆ ਜਿੱਥੇ ਪਹਿਲਾਂ ਤੁਸੀਂ ਕਹਿੰਦੇ ਆ ਕੰਟਰੋਲਡ ਦੀ ਪੈਦਾਇਸ਼ ਨਹੀਂ, ਉੱਥੇ ਦਾ ਫਾਰਮਰ ਜਿਹੜਾ ਖੁਸ਼ਹਾਲ ਹੋ ਗਿਆ। ਇਹ ਦੇਖੋ ਨਾ, ਫਾਇਦਾ ਕਿਹਨੂੰ ਹੋਣਾ? ਤਸਕਰਾਂ ਨੂੰ ਫਾਇਦਾ ਹੋਣਾ ਜਾਂ ਹੋਰ ਜਿਹੜੀਆਂ ਕਾਰਟਲਸ ਹੈਗੀਆਂ ਉਹਨਾਂ ਨੂੰ ਫਾਇਦਾ ਹੋਣਾ ਆ। ਇਹਦਾ ਪੰਜਾਬ ਦੇ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋਣਾ। ਮੈਂ ਤੇ ਪਹਿਲੇ ਦੱਸ ਚੁੱਕਿਆ ਕਿ ਰਾਜਸਥਾਨ ਤੇ ਜਿਹੜਾ ਮੱਧ ਪ੍ਰਦੇਸ਼ ਦਾ ਕਿਸਾਨ ਹੈ, ਜਿੱਥੇ ਫੀਮ ਹੁੰਦੀ ਹੈ, ਉਹ ਕਿਸਾਨ ਤੇ ਕਰਜ਼ਾਈ ਹੋ ਗਿਆ, ਕਿਉਂਕਿ ਉੱਥੇ ਕੰਟਰੋਲ ਤਰੀਕੇ ਨਾਲ ਉਹਨੂੰ ਥੋੜੇ ਪੈਸੇ ਮਿਲਦੇ ਨੇ। ਇੱਕ ਉਹਨੂੰ ਦੱਸਿਆ ਜਾਂਦਾ ਵੀ ਇਹ ਕੁਆਂਟੀਟੀ ਲਾਂਗੇ, ਇੰਨੀ ਲਾਂਗੇ ਤੇ ਇਹ ਕੁਆਲਿਟੀ ਲਾਂਗੇ, ਉਹ ਕੁਆਲਿਟੀ ਪੂਰੇ ਕਰਦੇ ਉਹਨੂੰ ਬ੍ਰਾਈਟ ਦੇਣੀ ਪੈਂਦੀ ਹੈ, ਉਹ ਆਪ ਤੇ ਕਰਜ਼ਾਈ ਹੋ ਗਿਆ। ਸਰ ਇੱਕ ਛੋਟਾ ਕੁਐਸਚਨ ਹੈ ਤੁਹਾਨੂੰ, ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਓਪੀਐਮ ਨਾਲੋਂ ਵਧੀਆ ਜਿਹੜੀ ਬੂਪਰੀਨੋਰਫਿਨ ਚੱਲ ਰਹੀ ਹੈਬਿਟ ਫਾਰਮਿੰਗ, ਉਹ ਜ਼ਿਆਦਾ ਵਧੀਆ ਨਸ਼ਾ ਛੁਡਾਉਣ? ਤੁਹਾਡੀ ਜ਼ਿੰਮੇਵਾਰੀ ਕੀ ਹੈ ਲਾਪਰਾਂ ਜੀ? ਆਪਾਂ ਸਰਕਾਰ ਮੇਰੀ ਹੈ ਕਿ ਤੁਹਾਡੀ ਹੈ? ਜੇ ਕੋਈ ਗਲਤ ਕੈਮਿਸਟ ਦੇ ਰਿਹਾ ਦਵਾਈ, ਤੁਸੀਂ ਅੱਜ ਤੱਕ ਕੈਮਿਸਟਾਂ ਦੇ ਉੱਤੇ ਕਿਉਂ ਨਹੀਂ ਕੋਈ ਕਰ ਰਹੇ? ਕਮਾਲ ਕਰ ਰਹੇ ਹੋ। ਸਰਕਾਰ ਤੁਹਾਡੀ ਕੈਮਿਸਟ ਨੂੰ ਚੈੱਕ ਤੁਸੀਂ ਕਰਨਾ ਹੈ, ਤੇ ਤੁਸੀਂ ਮੈਨੂੰ ਦੱਸ ਰਹੇ ਹੋ ਕੈਮਿਸਟ ਨਸ਼ਾ ਵੇਚ ਰਹੇ ਨੇ। ਕੈਮਿਸਟ ਨਹੀਂ ਵੇਚ ਰਹੇ ਜੀ, ਤੇ ਫਿਰ ਕੌਣ ਵੇਚ ਰਿਹਾ? ਰੀਹੈਬਿਲਿਟੇਸ਼ਨ ਸੈਂਟਰ 'ਚ ਜਿਹੜਾ ਬਦਲ ਦਿੱਤਾ ਜਾਂਦਾ ਉਹ ਐਡਨੌਕ ਦਿੱਤੀ ਜਾਂਦੀ ਹੈ, ਜਾਂ ਅਲੱਗ-ਅਲੱਗ ਜਿਹੜੀ ਦਵਾਈਆਂ ਉਹਨਾਂ ਦਾ ਸਾਲਟ ਇੱਕੋ ਦਾ ਬ੍ਰਾਂਡ ਨੇਮ ਅਲੱਗ-ਅਲੱਗ ਹੈ, ਸਾਲਟ ਉਹਨਾਂ ਦਾ ਬੂਪਰੀਨੋਰਫਿਨ ਹੈ। ਬੂਪਰੀਨੋਰਫਿਨ ਇਜ਼ ਹਾਈਲੀ ਐਡਿਕਟਿਵ ਤੇ ਬੂਪਰੀਨੋਰਫਿਨ ਇਜ਼ ਹੈਬਿਟ ਫਾਰਮਿੰਗ। ਚਲੋ ਇੱਕ ਮਿੰਟ, ਉਹਦੇ ਤੋਂ ਬੰਦਾ ਹਟ ਹੀ ਨਹੀਂ ਸਕਦਾ ਜੀ। ਹਾਂਜੀ ਜਗਦੀਪ ਸਿੰਘ ਜੀ, ਇਸ ਗੱਲ 'ਚ ਕਿੰਨਾ ਕੁ ਵਜਨ ਹੈ? ਗੱਲ ਇਹ ਹੈ ਜੀ, ਜਿਹੜਾ ਤੁਹਾਡੇ ਨਸ਼ਿਆਂ ਨੂੰ ਖਤਮ ਕਰਨ ਦੀ ਜੋ ਮੁਹਿੰਮ ਹੈ, ਉਹ ਇੱਕ ਅੱਡ ਚੀਜ਼ ਹੈ। ਇੱਕ ਨਸ਼ੇ ਨਾਲ ਰਿਪਲੇਸ ਕਰਨਾ ਉਹ ਅੱਡ ਚੀਜ਼ ਹੈ, ਪਹਿਲੀ ਗੱਲ ਇਹ।
ਦੂਜੀ ਗੱਲ ਇਹ ਹੈ ਜਿਹੜੀ ਇਲਿਸਿਟ ਡਰੱਗਸ ਪੰਜਾਬ ਦੇ ਵਿੱਚ ਸੇਲ ਹੁੰਦੀਆਂ ਕੈਮਿਸਟ ਲੈਵਲ ਤੇ, ਮੈਂ ਤੁਹਾਨੂੰ ਦੱਸ ਸਕਦਾ ਕਿਉਂਕਿ being president of the association drug manufacturer association and being on the drug advisory board, ਮੈਂ ਤੁਹਾਨੂੰ ਦੱਸ ਸਕਦਾ ਉਹਦੇ ਤੇ ਬਹੁਤ ਸਾਰੀ ਨੱਥ ਪੈ ਚੁੱਕੀ ਹੈ। ਐਜ਼ ਅ ਮੈਟਰ ਆਫ ਫੈਕਟ ਇਹ ਮਤਲਬ ਪੁਰਾਣੀ ਸਰਕਾਰ ਦੇ ਟੈਨਿਓਰ ਦੇ ਐਂਡ ਵਿੱਚ ਹੀ ਬਹੁਤ ਸਖਤੀ ਹੋ ਚੁੱਕੀ ਸੀਗੀ। ਸਾਡੇ ਬੜੇ ਮੈਨੂਫੈਕਚਰਰਾਂ ਨੇ ਟ੍ਰੈਮਾਡੋਲ ਸਰੈਂਡਰ ਕਰਤੀ, ਬਣਨੋਂ ਵੱਟ ਗਈ, ਔਰ ਇੰਨੇ ਕਈਆਂ ਦਾ ਲਾਇਸੈਂਸ ਜਿਹੜੇ ਆ ਉਹ ਕੈਂਸਲ ਕਰਤੇ ਗਏ। ਸੋ ਜਿਹੜਾ ਇੱਥੇ ਪ੍ਰੋਡਕਸ਼ਨ ਹੈ ਔਰ ਕੰਟਰੋਲ ਹੈ ਉਹਦੇ ਤੇ ਬਹੁਤ ਨੱਥ ਪੈ ਚੁੱਕੀ ਹੈ। ਜੇ ਤੁਸੀਂ ਕਹੋ ਵੀ ਉਹਦੇ ਨਾਲ ਉਹ ਰਿਪਲੇਸ, ਹਾਂ ਬਲੈਕ ਸ਼ੀਪ ਹੋਣਗੇ ਕਿਉਂਕਿ ਬੜੇ ਜਿਹੜੇ ਪ੍ਰਾਈਵੇਟ ਸੈਂਟਰਸ ਹੈ ਨਸ਼ਾ ਮੁਕਤ ਕਰਾਉਣ ਦੇ, ਉੱਥੇ ਨਸ਼ਾ ਉਹ ਮੁਕਤ ਦਾ ਕੀ ਕਰਾਉਣਾ, ਉਹ ਪ੍ਰਾਈਵੇਟ ਸੈਂਟਰ ਨੇ ਨਸ਼ਾ ਵੇਚਣਾ ਹੀ ਸ਼ੁਰੂ ਕਰਤਾ। ਅੱਛਾ ਇੱਕ ਗੱਲ ਹੋਰ ਦੱਸੋ ਜਗਦੀਪ ਸਿੰਘ ਜੀ, ਇਹ ਹੋ ਸਕਦਾ ਕਿ ਜਿਸ ਨੂੰ ਚਿੱਟਾ ਲੱਗਿਆ ਹੋਵੇ, ਜਿਹੜਾ ਆਦੀ ਹੋਵੇ ਸਮੈਕ ਦਾ ਜਾਂ ਚਿੱਟੇ ਦਾ, ਕੀ ਉਹ ਦਵਾਈਆਂ ਦੇ ਰਾਹੀਂ ਉਸ ਨੂੰ ਸਹੀ ਰਾਹ ਤੇ ਲਿਆਂਦਾ ਜਾ ਸਕਦਾ? ਕਿਉਂਕਿ ਲਾਪਰਾ ਸਾਹਿਬ ਦੇ ਮੁਤਾਬਕ ਕਿ ਜੇ ਉਹਨੂੰ ਹਟਾਣਾ ਤਾਂ ਪਹਿਲਾਂ ਛੋਟੇ ਨਸ਼ੇ 'ਚ ਲੈ ਕੇ ਫਿਰ ਖਤਮ ਕਰੋ, ਇਹਨੂੰ ਹੌਲੀ ਹੌਲੀ ਘਟਾਓ। ਹਾਂ ਇੱਕ ਮਿੰਟ ਪੁੱਛ ਲੈਂਦੇ ਹਾਂਜੀ ਜਗਦੀਪ ਸਿੰਘ। ਦੇਖੋ ਜੀ ਇਹਦੇ 'ਚ ਆਪਾਂ ਜਿਹੜਾ ਵੀ ਚੀਜ਼ ਕੋਈ ਚੇਂਜ ਕਰਨੀ ਆ ਉਹਦਾ ਰਿਸਕ ਪਰਸੈਪਸ਼ਨ ਦੇਖ ਲਈਏ। ਅੱਜ ਦੀ ਜੇ ਮੰਨ ਲਓ ਪੰਜਾਬ ਦੇ ਵਿੱਚ ਸ਼ਰਾਬ ਜਿਹੜੀ ਹੈ ਤੁਸੀਂ ਘਰੇ ਡਿਸਟਿਲ ਨਹੀਂ ਕਰ ਸਕਦੇ, ਮੈਨੂੰ ਕੋਈ ਪਿੰਡ ਦੱਸ ਦਿਓ ਜਿੱਥੇ ਘਰਾਂ 'ਚ ਸ਼ਰਾਬ ਨਹੀਂ ਬਣਦੀ। ਆਪਾਂ ਫੀਮ ਕਿੱਥੋਂ ਕੰਟਰੋਲ ਕਰ ਲਾਂਗੇ? ਲਾਹਨ ਤਾਂ ਕੰਟਰੋਲ ਹੋਈ ਨਹੀਂ। ਹਾਂਜੀ ਆਪਾਂ ਕਿੱਥੋਂ ਕੰਟਰੋਲ ਕਰ ਲਾਂਗੇ ਵੀ ਫੀਮ ਤੇ ਵੀ ਕੰਟਰੋਲ ਹੋ ਜੇ, ਫਿਰ ਉਹਦੀ ਗਾਂ ਡੈਰੀਵੇਟਿਵਸ ਜਿਹੜੇ ਹੈਗੇ ਆ ਉਹ ਇੱਥੇ ਕਿਉਂ ਨਹੀਂ ਬਣਾਉਣਗੇ ਲੋਕੀ? ਉਹ ਵੀ ਬਣਾਉਣਗੇ। ਤੁਸੀਂ ਕੰਟਰੋਲ ਕਿਵੇਂ ਕਰ ਲੋਗੇ? ਇਹ ਰਿਸਕ ਜਿਹੜੀ ਪਰਸੈਪਸ਼ਨ ਹੈ ਆਪਾਂ ਨੂੰ ਉਹ ਦੇਖਣੀ ਬਹੁਤ ਜ਼ਰੂਰੀ ਹੈ ਵੀ ਇਹਦੇ ਅੱਗੇ ਰਿਸਕਸ ਕੀ ਹੈ ਕਿ ਫਾਇਦੇ ਦੀ ਦੌੜ ਦੇ ਵਿੱਚ ਵੱਡਾ ਨੁਕਸਾਨ ਇਹ ਕਰਾ ਬੈਠੀ ਹੈ। ਤੁਸੀਂ ਜੇ ਡਰੱਗਸ ਦੇ ਉੱਤੇ ਨੱਥ ਪਾ ਲਈ, ਜਿਹੜੀਆਂ ਕੈਮਿਸਟ ਦੀਆਂ ਦੁਕਾਨਾਂ ਤੇ ਵਿਕਦੀ ਹੈ, ਜਿਹੜੇ ਸੈਂਟਰਸ ਆ ਉੱਥੇ ਵਿਕਦੀ ਹੈ। ਇੱਕ ਮੈਂ ਤੁਹਾਨੂੰ ਗੱਲ ਦੱਸਦਾ ਜੀ ਬਈ ਜੇ ਲੋਕਾਂ ਨੂੰ ਪਿੰਡਾਂ 'ਚ ਪੁੱਛੋ ਵੀ ਹਾਂ ਜੀ ਤੁਸੀਂ ਨਸ਼ਾ ਕਰਦੇ ਹੋ, ਜੇ ਨਹੀਂ ਮਿਲੂਗਾ ਫਿਰ ਕੀ ਕਰੋਗੇ? ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ, ਫਿਰ ਨਹੀਂ ਕਰਾਂਗੇ ਜੀ। ਹੁੰਦਾ ਕਿ ਨਹੀਂ ਜਵਾਬ? ਬਿਲਕੁਲ। ਤੇ ਇੱਕ ਪ੍ਰੋਵਾਈਡ ਕਰ ਦੇਣਾ ਇੱਕ ਨਸ਼ਾ ਔਰ ਖੁੱਲਾ ਪ੍ਰੋਵਾਈਡ ਕਰ ਦੇਣਾ, ਇਹਦਾ ਮਤਲਬ ਖੁੱਲੇ ਤੌਰ ਤੇ ਹੋਊਗਾ। ਇਹਦੇ ਖੁੱਲੇ ਵਾਲੀ ਕੋਈ ਗੱਲ ਹੀ ਨਹੀਂ ਹੋਈ ਜੀ, ਕੋਈ ਐਸਾ ਬਿਆਨ ਹੀ ਨਹੀਂ ਹੈ। ਨਾ ਬਿਆਨ ਦੀ ਗੱਲ ਥੋੜਾ ਜੀ, ਤੁਸੀਂ ਕੰਟਰੋਲ ਕਿਵੇਂ ਕਰੋ? ਪੰਜਾਬ ਚ ਗਾਈ ਜਾਊਗੀ ਤੇ ਬਹੁਤ ਖੁੱਲੀ ਵਿਕੂਗੀ, ਐਵੇਂ ਦਾ ਕੋਈ ਬਿਆਨ ਨਹੀਂ ਹੈ ਜੀ। ਫਿਰ ਮੈਨੂੰ ਦੱਸੋ ਜੀ, ਤੁਸੀਂ ਕੰਟਰੋਲਡ ਮੈਨਰ ਚ ਸਾਰਾ ਕੁਝ ਕੰਟਰੋਲ ਹੁੰਦਾ ਜੀ। ਕਿਹੜਾ ਜੀ? ਦੇਖੋ ਇਹ ਸ਼ਰਾਬ ਕਿਤੇ ਕੰਟਰੋਲ ਹੋਈ ਹੈ? Administration ਲੈਂਡ control ਕੰਟਰੋਲ ਹੋਇਆ ਜੀ। ਜੀ? ਲੈਂਡ ਕੰਟਰੋਲ ਹੋਇਆ ਜੀ? ਹਰਪ੍ਰੀਤ ਉਹ ਤਾਂ ਜੀ, ਹੋਊਗਾ ਜੇ ਜੀ। ਤੁਸੀਂ ਔਰ ਜਦੋਂ ਇਹ ਆਈਟੀ ਉਗਾਣ ਹੀ ਲੱਗੇ ਓਪਨਲੀ, ਹਰਪ੍ਰੀਤ ਜੀ ਨਸ਼ਾ ਛਡਾਉਣ ਲਈ ਦੂਸਰਾ ਨਸ਼ਾ ਲਾਉਣਾ ਸਾਡੇ ਵਰਗੇ ਬੰਦਿਆਂ ਦੇ ਲੈਵਲ ਤੇ ਇਸ ਗੱਲ ਦੀ ਡਿਸਕਸ਼ਨ ਕਰਨੀ ਹੈ। ਅਸੀਂ ਇਸ ਗੱਲ ਦੇ ਸਮਰੱਥ ਨਹੀਂ ਹੈਗੇ। ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ, ਜਿੱਦਾਂ ਲਾਪਰਾਂ ਜੀ ਕਹਿ ਰਹੇ ਆ ਵੀ ਨਹੀਂ ਆ ਫਲਾਣੀ ਡਰੱਗ ਦਿੰਦੇ ਆ ਤੇ ਇਹਦੇ ਨਾਲ ਤਾਂ ਆਹ ਠੀਕ ਰਹੇਗੀ। ਜਿਹੜੀ ਜਿੱਥੇ ਵੀ ਜਿਹੜੇ ਰੀਹੈਬਿਲਿਟੇਸ਼ਨ ਸੈਂਟਰ ਨੇ, ਜਿਹੜਾ ਵੀ ਨਸ਼ੇੜੀ ਬੰਦਾ ਬਣ ਜਾਂਦਾ ਉਹ ਇੱਕ ਮਰੀਜ਼ ਹੁੰਦਾ ਆ, ਉੱਥੇ ਉਹਨਾਂ ਦੀ ਮੈਡੀਕਲ ਸੁਪਰਵਿਜ਼ਨ 'ਚ ਉਹਦਾ ਟ੍ਰੀਟਮੈਂਟ ਹੁੰਦਾ ਆ। ਇੱਕ ਮੈਡੀਕਲ ਸਪੈਸ਼ਲਿਸਟ ਕੁਆਲੀਫਾਈਡ ਡਾਕਟਰ ਜਿਹੜਾ ਆ ਉਹਦੀ ਨਿਗਰਾਨੀ 'ਚ ਸਾਰਾ ਕੁਝ ਡਰੱਗ ਦਿੱਤੀ ਜਾਂਦੀ ਹੈ, ਘਟਾਈ ਜਾਂਦੀ ਹੈ ਜਾਂ ਹਟਾਈ ਜਾਂਦੀ ਹੈ। ਉਹਦੇ ਲਈ ਇੱਕ ਕੈਮਿਸਟ ਜਿਹੜਾ ਆ ਉਹ ਜੇ ਸਿੱਧੀ ਦਵਾਈ ਦਿੰਦਾ ਤਾਂ ਉਹ ਇਲੀਗਲ ਹੈ, ਉਹ ਗਲਤ ਹੈ। ਉਹ ਸਿਰਫ ਕੈਮਿਸਟ ਕੋ ਅਵੇਲੇਬਲ ਹੀ ਨਹੀਂ ਹੈ। ਹਾਂ ਨਹੀਂ, ਮੈਂ ਉਹੀ ਕਹਿੰਦਾ ਨਾ ਵੀ ਉਹ ਇੱਕ ਪ੍ਰੋਸੀਜਰ ਹੈ, ਉਹਦੇ 'ਚ ਅਸੀਂ ਇਸ ਗੱਲ ਦੇ ਸਮਰੱਥ ਹੀ ਨਹੀਂ ਹੈ ਵੀ ਇਹਦੇ ਲਈ ਆਹ ਨਸ਼ਾ ਨਾ ਦਿਓ, ਇਹਦੇ ਲਈ ਭੰਗ ਪੀ ਲਿਆ ਕਰਨ, ਆਹ ਕਰ ਲਿਆ ਕਰਨ। ਦੈਟ ਇਜ਼ ਨਾਟ ਦੀ ਥਿੰਗ। ਓਨਲੀ ਨੱਕ ਦੀ ਸਿਹਤ ਨੂੰ ਇੱਕ ਕਾਮਨ ਸੈਂਸ ਦੀ ਗੱਲ ਹੈ ਵੀ ਇੱਕ ਨਸ਼ਾ ਛਡਾਉਣ ਲਈ, ਜਿੱਦਾਂ ਤੁਸੀਂ ਮੈਨੂੰ ਕਿਹਾ ਵੀ ਤੁਹਾਡੀ ਪਾਰਟੀ ਦਾ ਇਹ ਮੈਨੀਫੈਸਟੋ ਹੈਗਾ ਜਾਂ ਤੁਹਾਡਾ ਪਾਰਟੀ ਦੀ ਪਾਲਿਸੀ ਆ। ਹਰਪ੍ਰੀਤ ਜੀ ਸਾਡੀ ਪਾਰਟੀ ਦੀ ਕਲੀਅਰ ਕੱਟ ਪਾਲਿਸੀ ਹੈ, ਅਸੀਂ ਨਸ਼ੇ ਜਿਹੜੇ ਆ ਛਡਾਉਣ ਦੇ ਹੱਕ 'ਚ ਹੈ। ਇਸ ਤੋਂ ਪਰੇ ਕੁਝ ਨਸ਼ੇ ਲਾਉਣ ਦੀ ਤਾਂ ਗੱਲ ਹੀ ਕੋਈ ਨਹੀਂ ਹੈਗੀ ਵੀ ਇੱਕ ਨਸ਼ਾ ਹੋਰ ਲਾ ਦਈਏ। ਸੋ ਮੈਨੂੰ ਬੜਾ ਇਹ ਦੁੱਖ ਹੋਇਆ, ਮੈਂ ਪਹਿਲਾਂ ਵੀ ਕਹਿ ਚੁੱਕਾ, ਸਿੱਧੂ ਸਾਹਿਬ ਇੱਕ ਸੀਨੀਅਰ ਕੈਬਨਿਟ ਮੰਤਰੀ ਨੇ, ਅਦਰਵਾਈਜ਼ ਵੀ ਐਜ਼ ਏ ਸੈਲੀਬ੍ਰਿਟੀ ਵੀ ਉਹਨਾਂ ਦਾ ਸਮਾਜ ਦੇ ਵਿੱਚ ਨਾਂ ਆ, ਉਹਨਾਂ ਨੂੰ ਇੰਨਾ ਗੈਰ ਜ਼ਿੰਮੇਵਾਰ ਬਿਆਨ ਨਹੀਂ ਦੇਣਾ ਚਾਹੀਦਾ। ਨਹੀਂ ਸਰ, ਸੌਰੀ ਟੂ ਇੰਟਰਰਪਟ, ਮੈਂ ਇੱਕ ਨਿੱਕੀ ਜੀ ਗੱਲ ਕਰੂੰਗਾ। ਜਿੰਨੀ ਦੇਰ ਇੱਕ ਮਰੀਜ਼ ਦਾ ਇਲਾਜ ਹਸਪੀਟਲ 'ਚ ਹੋ ਰਿਹਾ, ਜਿਹੜਾ ਬੰਦੇ ਨੇ ਨਸ਼ਾ ਛੱਡਣਾ ਮੈਡੀਕਲ ਸੁਪਰਵਿਜ਼ਨ 'ਚ ਹੋ ਰਿਹਾ, ਉਨੀ ਦੇ ਠੀਕ ਹੈ। ਜਦੋਂ ਉਹ ਬਾਹਰ ਚਲੇ ਜਾਂਦਾ ਉੱਥੋਂ ਤੇ ਦਵਾਈਆਂ ਦੇ ਪੱਤੇ ਉਹਦੇ ਹੱਥ ਹੁੰਦੇ ਆ, ਉਦੋਂ ਫਿਰ ਅਰਜ਼ ਲੱਗਦੀ ਹੈ ਤੇ ਉਹ ਡਬਲ ਦਵਾਈ ਖਾਣ ਲੱਗ ਜਾਂਦਾ। ਡਾਕਟਰ ਨੂੰ ਤਾਂ ਪਤਾ ਨਹੀਂ, ਜਿਆਦਾ ਡਾਕਟਰ ਨੂੰ 1 ਸਾਲ ਉੱਥੇ ਰੱਖੇ। ਇਸੇ ਕਰਕੇ ਕੁਝ ਵਾਪਸ ਆ ਜਾਂਦੇ ਬੱਚੇ ਵਿੱਚੋਂ, ਕੁਝ ਬੱਚੇ ਵਾਪਸ ਆ ਜਾਂਦੇ। ਸਾਈਕੋਲੋਜੀਕਲ ਟ੍ਰੀਟਮੈਂਟ ਹੋਣਾ ਨਹੀਂ, ਲਾਪਰਾਂ ਜੀ ਦਾ ਸਾਈਕੋਲੋਜੀਕਲ ਟ੍ਰੀਟਮੈਂਟ ਵੀ ਹੋਣਾ ਹੁੰਦਾ। ਫਿਰ ਰੀਹੈਬਿਲਿਟੇਸ਼ਨ ਦਾ ਮਤਲਬ ਕੀ ਰਹਿ ਗਿਆ? ਰੀਹੈਬਿਲਿਟੇਸ਼ਨ ਦਾ ਪਰਪਸ ਇਹ ਹੈ ਨਾ, ਪ੍ਰੋਸੀਜਰ ਹੈ ਕਿ ਦੁਬਾਰਾ ਉਹਨੂੰ ਨਸ਼ੇ ਖਤਮ ਕਰਕੇ ਦੁਬਾਰਾ ਉਹਦੀ ਜ਼ਿੰਦਗੀ ਨੂੰ ਲੀਹਾਂ ਤੇ ਲੈ ਕੇ ਆਣਾ। ਜੇ ਆਪਾਂ ਪਹਿਲਾਂ ਹੀ ਮੰਨ ਕੇ ਚੱਲੀਏ ਕਿ ਰੀਹੈਬਿਲਿਟੇਸ਼ਨ ਚੋਂ ਬੰਦਾ ਸੁਧਰ ਕੇ ਨਿਕਲ ਹੀ ਨਹੀਂ ਸਕਦਾ, ਤਾਂ ਫਿਰ ਬੰਦ ਕਰ ਦੋ ਰੀਹੈਬਿਲਿਟੇਸ਼ਨ ਸੈਂਟਰ। ਮੈਡੀਕਲ ਇਲਾਜ ਤੇ ਕਾਉਂਸਲਿੰਗ ਇੱਕ ਕੰਬੀਨੇਸ਼ਨ ਹੈ। ਜੀ ਤੁਹਾਨੂੰ ਲੱਗਦਾ ਕਿ ਰੀਹੈਬਿਲਿਟੇਸ਼ਨ ਬੰਦ ਕਰਕੇ ਭੁੱਕੀ ਦੇ ਠੇਕੇ ਖੋਲ ਦੇਣੇ ਚਾਹੀਦੇ ਨੇ? ਬਿਲਕੁਲ ਨਹੀਂ। ਤੁਸੀਂ ਨਸ਼ਾ ਖਤਮ ਕਰਨਾ ਸਾਈਕੋਲੋਜੀਕਲੀ ਹੋ ਜਾਏਗਾ ਜੀ। ਪਹਿਲੀ ਤਾਂ ਗੱਲ ਹੈ ਕਿ ਕਲੀਅਰ ਕੱਟ ਪਾਲਿਸੀ ਲੈ ਕੇ ਆਉਣੀ ਹੈ, ਜ਼ੀਰੋ ਟੋਲਰੈਂਸ ਦੀ, ਕਿ ਨੋ ਨਸ਼ਾ। ਕਿੱਦਾਂ ਲੋਕਾਂ ਨੂੰ ਨਸ਼ੇ ਹਟਾਉਣਾ? ਸਾਡੇ ਕੋਲੇ ਇੰਨੇ ਸਾਰੇ ਐਕਸਪਰਟਾਈਜ਼ ਅਵੇਲੇਬਲ ਆ,
ਸਾਡੇ ਕੋਲ ਡਾਕਟਰਸ ਅਵੇਲੇਬਲ ਨੇ, ਸੋਸ਼ਲ ਸਾਇੰਟਿਸਟ ਅਵੇਲੇਬਲ ਨੇ, ਸਾਈਕਾਟ੍ਰਿਸਟ ਅਵੇਲੇਬਲ ਨੇ, ਰਿਲੀਜੀਅਸ ਲੀਡਰਸ ਹੋਰ ਪ੍ਰੀਚਰਸ ਅਵੇਲੇਬਲ ਨੇ। ਕਾਉਂਸਲਿੰਗ ਨਾਲ ਨਸ਼ਾ ਹਟਾਇਆ ਜਾ ਸਕਦਾ ਹੈ ਬਿਲਕੁਲ। ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਤੁਸੀਂ ਕਿਸੇ ਕ੍ਰੀਏਟਿਵ ਮੈਨਰ ਵਿੱਚ ਯੂਜ਼ ਕਰੋ, ਯੂਥ ਦੀ ਐਕਟੀਵਿਟੀਜ਼ ਨੂੰ। ਨਸ਼ਾ ਖਾਲੀ ਨਸ਼ੇ ਨਾਲ ਹਟਾ ਕੇ ਨਸ਼ਾ ਨਹੀਂ ਘਟਦਾ, ਕਦੇ ਘਟਣਾ ਵੀ ਨਹੀਂ। ਤੁਸੀਂ ਦੇਖ ਲਓ ਦੁਨੀਆ ਵਿੱਚ ਕਿੰਨੇ ਤਰ੍ਹਾਂ ਦੇ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਚੀਜ਼ ਦੇ ਐਡਿਕਟ ਹੋ ਜਾਂਦੇ ਨੇ, ਲੇਕਿਨ ਉਹਨਾਂ ਨੂੰ ਪਰਸੂਏਡ ਕਰਕੇ ਹਟਾਇਆ ਜਾ ਸਕਦਾ। ਠੀਕ ਹੈ ਕਿ ਉਹਨਾਂ ਦੀ ਡੋਜ਼ ਦੀ ਵੋਲੀਅਮ ਹੌਲੀ ਹੌਲੀ ਘਟਾ ਕੇ ਵੀ ਘਟਾਇਆ ਜਾ ਸਕਦਾ, ਕਾਉਂਸਲਿੰਗ ਕਰਕੇ ਵੀ ਘਟਾਇਆ ਜਾ ਸਕਦਾ, ਪਰ ਉਹਦੇ ਲਈ ਸਰਕਾਰ ਦੀ ਇੱਕ ਕਲੀਅਰ ਕੱਟ ਪਾਲਿਸੀ ਚਾਹੀਦੀ ਹੈ। ਜੇ ਸਰਕਾਰ ਆਪ ਹੀ ਡਿਸਾਈਡਡ ਨਹੀਂ, ਇਨਡਿਸਿਸਿਵ ਹੈ ਗਵਰਨਮੈਂਟ ਕਿ ਆਹ ਕਰਕੇ ਦੇਖ ਲਓ, ਆਹ ਕਰਕੇ ਦੇਖ ਲਓ, ਥੋੜਾ ਘਟਾ ਕੇ ਨਸ਼ਾ ਦੇਖ ਲਓ, ਲਾਈਟਰ ਨਸ਼ਾ ਦੇਖ ਲਓ, ਇਦਾਂ ਨਸ਼ੇ ਖਤਮ ਨਹੀਂ ਹੋ ਸਕਦੇ। ਜੇ ਸਰਕਾਰ ਸੋਚ ਲਵੇ ਕਿ ਨਸ਼ਾ ਖਤਮ ਕਰਨਾ, ਇਟ ਮੀਨਸ ਨਸ਼ਾ ਖਤਮ ਕਰਨਾ, ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ, ਸਾਰਿਆਂ ਦੀ ਇੱਕ ਵਾਰੀ ਬੇਸ਼ੱਕ ਆਲ ਪਾਰਟੀ ਮੀਟਿੰਗ ਕਰਨ। ਔਰ ਜਿਹੜੇ ਐਕਸਪਰਟਸ ਨੇ, ਜਿਵੇਂ ਮੈਂ ਨਾਮ ਲਿਆ ਕਿ ਜਿਵੇਂ ਫਾਰਮਾਸਿਊਟੀਕਲ ਇੰਡਸਟਰੀ ਦੇ ਲੋਕ ਨੇ, ਸਾਈਕਾਟ੍ਰਿਸਟ ਨੇ, ਸਾਈਕੋਲੋਜਿਸਟ ਨੇ, ਸੋਸ਼ਲ ਸਾਇੰਟਿਸਟ ਨੇ, ਧਾਰਮਿਕ ਲੀਡਰ ਨੇ, ਜਾਂ ਹੋਰਾਂ ਨੂੰ ਨਾਲ ਲੈ ਕੇ ਤੇ ਮੰਥਨ ਕਰਕੇ ਜ਼ਰੂਰ ਰੋਕਿਆ ਜਾ ਸਕਦਾ। ਬਿਨਾਂ ਨਸ਼ੇ ਦੇ ਵੀ ਨਸ਼ਾ ਖਤਮ ਕੀਤਾ ਜਾ ਸਕਦਾ। ਮੈਂ ਇਸ ਧਾਰਨਾ ਦਾ ਬਿਲਕੁਲ ਫਰਮ ਬਲੀਵਰ ਹਾਂ। ਹਰਪ੍ਰੀਤ ਜੀ, ਬਹੁਤ ਬੱਚਿਆਂ ਨੇ ਨਸ਼ਾ ਛੱਡਿਆ। ਮੈਂ ਆਪਣਾ ਉਦਾਹਰਨ ਦਿੰਦਾ, ਸਾਡੀ ਮਤਲਬ ਨੇੜੇ ਤੇੜੇ ਦੇ ਭਾਈਚਾਰੇ ਦੇ ਵਿੱਚ ਹੀ ਇੱਕ ਬੱਚੇ ਨੂੰ ਮੈਂ ਹਸਪਤਾਲ ਜਮ੍ਹਾਂ ਕਰਾਇਆ ਸੀ, ਖਰੜ ਲਿਆ ਕੇ, ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਸੀ। ਮੈਂ ਸਰਕਾਰੀ ਨੌਕਰੀ ਸੀਗਾ। ਜਦੋਂ ਮੈਨੂੰ ਪਤਾ ਲੱਗਿਆ ਉਹ ਮਰਨ ਕਿਨਾਰੇ ਹੋ ਗਿਆ ਆ, ਘਰ ਦੇ ਸਾਰੇ ਭਾਂਡੇ ਵੇਚਤੇ, ਸਾਰੀ ਕੋ ਤਬਾਹੀ ਕਰਤੀ, ਉਹਦੇ ਪੇਰੈਂਟਸ ਬਾਹਰ ਗਏ ਸੀਗੇ। ਮੈਂ ਇਹਨੂੰ ਆਪ ਲਿਆ ਕੇ ਇੱਥੇ ਖਰੜ ਇੱਕ ਨਸ਼ਾ ਛੁਡਾਊ ਕੇਂਦਰ 'ਚ ਕਰਵਾਇਆ। ਉਸ ਤੋਂ ਬਾਅਦ ਉਹਦੀ ਕਾਉਂਸਲਿੰਗ ਕਰਵਾਈ ਆ, ਉਸ ਤੋਂ ਬਾਅਦ ਉਹਦੇ ਤੇ ਰੈਗੂਲਰ ਨਿਗਰਾਨੀ ਰੱਖੀ ਹੈ। ਨਾਓ ਹੀ ਇਜ਼ ਹੈਪੀਲੀ ਮੈਰਿਡ। ਆਲੇ ਦੁਆਲੇ ਬਹੁਤ ਫਰੈਂਡਸ ਦੇ ਸਰਕਲ 'ਚ ਵੀ ਬਹੁਤ ਬੱਚਿਆਂ ਨੇ ਨਸ਼ਾ ਛੱਡਿਆ। ਹਾਂ, ਲਾਪਰਾਂ ਜੀ ਮੈਂ ਇਸ ਗੱਲ ਨਾਲ ਸਹਿਮਤ ਹਾਂ, 1% ਵਾਪਸ ਆ ਜਾਂਦੀ ਹੈ ਜੇ ਉਹਦੀ ਪ੍ਰੋਪਰ ਕਾਉਂਸਲਿੰਗ ਨਹੀਂ ਹੁੰਦੀ, ਪ੍ਰੋਪਰ ਟ੍ਰੀਟਮੈਂਟ ਦਾ ਪੈਕੇਜ ਨਹੀਂ ਹੁੰਦਾ, ਉਹਦੇ ਸਰਕਮਸਟੈਂਸਸ ਉਦਾਂ ਦੇ ਨਹੀਂ ਰਹਿੰਦੇ, ਨਹੀਂ ਬਣਦੇ। ਠੀਕ ਹੈ, ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਜੰਗਵੀਰ ਜੀ ਲੈਣਾ ਚਾਹੁੰਦਾ ਕਿ ਜਿਹੜੀ ਗੱਲ ਇਹਦੇ ਪਿੱਛੇ ਇੱਕ ਹੋਰ ਤਰਕ ਵੀ ਦਿੱਤਾ ਜਾ ਰਿਹਾ ਕਿ ਸਿੰਥੈਟਿਕ ਡਰੱਗਸ ਨੇ ਜਿਹੜੇ ਬਹੁਤ ਮਹਿੰਗੇ ਡਰੱਗਸ ਨੇ, ਲੋਕੀ ਆਪਣਾ ਘਰ-ਬਾਰ ਸਭ ਕੁਝ ਵੇਚ ਦਿੰਦੇ ਨੇ ਤਾਂ ਜਾ ਕੇ ਉਹਨਾਂ ਦੀ ਪੂਰਤੀ ਹੁੰਦੀ ਹੈ। ਅਫੀਮ ਤੇ ਭੁੱਕੀ ਵਰਗੇ ਨਸ਼ੇ ਥੋੜੇ ਸਸਤੇ ਨਸ਼ੇ ਨੇ, ਘੱਟੋ ਘੱਟ ਘਰ ਪਰਿਵਾਰ ਤਾਂ ਬਚ ਜਾਏਗਾ ਜੇਕਰ ਇਸ ਨਸ਼ੇ ਵੱਲ ਅਸੀਂ ਕਿਸੇ ਨੂੰ ਲਾਉਂਦੇ ਹਾਂ ਤਾਂ। ਇਹ ਤਰਕ ਕਿੱਥੋਂ ਤੱਕ ਠੀਕ ਲੱਗਦਾ? ਨਹੀਂ, ਤਰਕ ਬਿਲਕੁਲ ਠੀਕ ਨਹੀਂ ਹੈ। ਕਿਉਂ ਆਪਾਂ ਇਹ ਦੇਖੀਏ ਕਿ ਆਪਾਂ ਜੋ ਕੋਈ ਵੀ ਨਸ਼ਾ ਕਰਦਾ ਹੈ, ਪਹਿਲੇ ਤੋਂ ਨਸ਼ਾ ਉਹ ਲੈਂਦਾ ਜਿਹੜਾ ਅਵੇਲੇਬਲ ਹੈ ਲੀਗਲੀ। ਹੋ ਸਕਦਾ ਉਹ ਸ਼ਰਾਬ ਪੀਏ, ਕੋਈ ਸਿਗਰਟ ਪੀਏ, ਕੋਈ ਤੰਬਾਕੂ ਪੀਏ, ਤੰਬਾਕੂ ਦਾ ਸੇਵਨ ਕਰੇ ਜੀ, ਤੇ ਉਹਦੇ ਬਾਅਦ ਅਗਲਾ ਸੋਚਦਾ ਵੀ ਚਲੋ ਜੇ ਪਹਿਲੇ ਆਮ ਮਿਲਦੀ ਸੀ, ਆਪਾਂ ਇਹ ਨਹੀਂ ਕਹਿੰਦੇ ਲੀਗਲ ਸੀ, ਪਰ ਪਹਿਲੇ ਆਮ ਮਿਲਦੀ ਸੀ, ਜੇ ਭੁੱਕੀ ਮਿਲਦੀ ਸੀ ਕਿਤੇ ਉਹਨੂੰ ਮਿਲ ਜਾਂਦੀ ਸੀ, ਸਸਤੀ ਮਿਲ ਜਾਂਦੀ ਸੀ, ਤੇ ਉਹ ਭੁੱਕੀ ਲੈ ਲੈਂਦਾ ਸੀ। ਹੁਣ ਜੇ ਨਹੀਂ ਮਿਲਦੀ ਤੇ ਜੇ ਉਹ ਆਪਣਾ ਨਹੀਂ ਲੈ ਰਿਹਾ, ਉਹਨੇ ਆਪੇ ਉਹ ਸ਼ਰਾਬ ਤੇ ਆਏਗਾ, ਜਾਂ ਉਹ ਕੋਈ ਤੰਬਾਕੂ ਤੇ ਸਿਗਰਟ ਤੇ, ਜਿੱਦਾਂ ਵੀ ਉਹਦੀ ਕਾਉਂਸਲਿੰਗ ਹੋਏਗੀ, ਜਾਂ ਉਹ ਨਸ਼ੇ ਕੇਂਦਰ 'ਚ ਜਾਏਗਾ। ਨਸ਼ੇ ਕੇਂਦਰ 'ਚ ਜੇ ਸਹੀ ਕਾਉਂਸਲਿੰਗ ਹੋਏਗੀ, ਸਹੀ ਦਵਾਈਆਂ ਤੇ ਉਹਨੂੰ ਲਾਇਆ ਜਾਊਗਾ, ਤੇ ਬਾਹਰ ਆ ਕੇ ਉਹਦੀ ਆਪਣੀ ਵਿਲ ਪਾਵਰ ਹੋਏਗੀ ਕਿ ਉਹ ਸੋਚੇਗਾ ਕਿ ਹੁਣ ਮੈਂ ਕੰਮ ਛੱਡਦਾ। ਪਰ ਇਹ ਗੱਲ ਜ਼ਰੂਰ ਹੈ ਕਿ ਜੇ ਉਹਨੂੰ ਪਿੰਡਾਂ 'ਚ, ਜੇ ਆਪਾਂ ਰੂਰਲ ਏਰੀਆ 'ਚ, ਆਪਣੇ ਏਰੀਆ ਰੂਰਲ ਏਰੀਆ 'ਚ ਅਫੀਮ ਆਮੋ ਜਦੋਂ ਕਹਿੰਦੇ ਆਮ ਹੋ ਜਾਏ, ਤੇ ਉਹਦਾ ਤੇ ਦੇਖੋ ਜੀ, ਇਹ ਕਹਿੰਦੇ ਲਾਪਰਾਂ ਜੀ ਕਹਿੰਦੇ ਸੀ ਸਕੂਲ ਦੇ ਬੱਚਾ ਕਿਹੜਾ ਅਫੀਮ ਲਊਗਾ, ਸਕੂਲ ਦੇ ਬੱਚੇ ਨਹੀਂ ਲੈਣਗੇ, ਕਾਲਜ ਵਾਲੇ ਰਾਤ ਨੂੰ ਪਹੁੰਚ ਜਾਣਗੇ ਉਹਨੂੰ ਡੋਡਿਆਂ ਨੂੰ ਚੀਰਾ ਲੈਣ ਨੂੰ। ਕੋਈ ਪਤਾ ਹੈ ਕਿਸੇ ਦਾ? ਕੋਈ ਪਤਾ ਹੈ? ਉੱਥੇ ਪੁਲਿਸ ਖੜਾ ਕਰੋਗੇ, ਪੈਰਾਮਿਲਟਰੀ ਫੋਰਸਿਸ ਖੇਤਾਂ ਤੇ ਖੜਾ ਕਰੋਗੇ। ਇਹ ਦੇਖੋ ਜੀ, ਜਿਹੜੀ ਚੀਜ਼ ਖੇਤ 'ਚ ਲੱਗੀ ਹੈ, ਜਿਹੜੀ ਚੀਜ਼ ਖੇਤ 'ਚ ਲੱਗੀ ਆ, ਉੱਥੇ ਸਰਚ ਲਾਈਟ ਲੱਗ ਕੇ ਉਹ ਪੈਰਾਮਿਲਟਰੀ ਫੋਰਸਸ ਤੇ ਲੱਗੀਆਂ ਨਹੀਂ, ਉੱਥੇ ਕੰਟਰੋਲ ਹੋ ਜੇ, ਉਹ ਤੇ ਕੰਟਰੋਲ ਹੋ ਹੀ ਨਹੀਂ ਸਕਦਾ। ਹਥਿਆਰ ਮੈਨੂਫੈਕਚਰ ਹੁੰਦੇ ਆ ਕਿਤੇ, ਤੇ ਹਥਿਆਰ ਤੁਹਾਨੂੰ ਕੀ ਲੱਗਦਾ ਕਾਲਜਾਂ ਵਾਲੇ ਬੱਚੇ ਜਾ ਕੇ ਹਥਿਆਰ ਚੱਕ ਕੇ ਵੈਸੇ ਹੀ ਸਾਡਾ ਇਹ ਦੇਖੋ ਜੀ, ਕੰਟਰੋਲ ਮੈਨਰ ਇੱਕ ਪਾਸੇ ਚੀਜ਼ ਖੇਤਾਂ 'ਚ ਹੈ, ਇੱਕ ਪਾਸੇ ਹਥਿਆਰ ਲੱਗੇ ਨੇ, ਜਿੱਥੇ ਉੱਥੇ ਚਾਰ ਦੀਵਾਰੀ ਹੈ, ਚਾਰ ਦੀਵਾਰੀ ਦੇ ਉੱਤੇ ਫੈਂਸਿੰਗ ਹੈ। ਹੁਣ ਤੁਸੀਂ ਕਹਿੰਦੇ ਵੀ ਕਰੋੜਾਂ ਰੁਪਏ ਪੰਜਾਬ ਸਰਕਾਰ ਆਪਣੇ ਜੰਗਲੀ ਸੂਰਾਂ ਤੋਂ ਤਾਂ ਤੁਸੀਂ ਫੈਂਸਿੰਗ ਕਰਾਈ ਨਹੀਂ। ਹੁਣ ਤੁਸੀਂ ਪਹਿਲੇ ਆਪਣਾ ਜਿਹੜੇ ਆਪਣਾ ਇਹ ਓਪੀਐਮ ਦੇ ਪਹਿਲੇ ਖਿਆ ਉਗਾਓਗੇ, ਫਿਰ ਉਹਨਾਂ ਦੀ ਫੈਂਸਿੰਗ ਕਰਾਓਗੇ। ਲਾਪਰਾ ਜੀ, ਕੀ ਆਪਾਂ ਲੌਜਿਕ ਕਰ ਰਹੇ ਹਾਂ? ਇਸ ਤੋਂ ਚੰਗਾ ਹੈ ਕਿ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਗਲਤ ਕੰਮ ਹੋਊਗਾ, ਤੇ ਜਾ ਕੇ ਸਿੱਧੂ ਜੀ ਨੂੰ ਵੀ ਸਮਝਾਓ। ਹਰ ਪਿੰਡ ਦੇ ਵਿੱਚ ਐਲਾਨ ਨਿਕਲਦੀ ਹੈ ਔਰ ਗੈਰ ਕਾਨੂੰਨੀ ਹੈ,
ਕਿੰਨੀਆਂ ਕੁ ਅਸੀਂ ਲਾਹਨ ਫੜੀਆਂ ਨੇ ਜਾਂ ਕਿੰਨੀਆਂ ਕੁ ਲਾਹਨ ਤੇ ਰੋਕ ਲੱਗੀ ਹੈ, ਇਹ ਵੀ ਇੱਕ ਵੱਡਾ ਸਵਾਲ ਹੈਗਾ। ਵਿਕਲਪ ਦੇਣ ਦੀ ਤੁਸੀਂ ਗੱਲ ਜ਼ਰੂਰ ਕਰ ਰਹੇ ਹੋ, ਪਰ ਸਰਕਾਰ ਦਾ ਵਾਅਦਾ ਤੇ ਦਾਅਵਾ ਕੁਝ ਹੋਰ ਹੀ ਸੀਗਾ। ਬਹੁਤ ਬਹੁਤ ਧੰਨਵਾਦ ਫਿਲਹਾਲ ਇਸ ਸਾਰੀ ਵਿਚਾਰ ਚਰਚਾ ਦੇ ਲਈ। ਸੋ ਉਮੀਦ ਕਰਦੇ ਹਾਂ ਕਿ ਮੋਟੀ ਗੱਲ ਜਿਹੜੀ ਬਾਹਰ ਨਿਕਲ ਕੇ ਇਹੀ ਆਈ ਹੈ ਕਿ ਨਸ਼ੇ ਦਾ ਵਿਕਲਪ ਨਸ਼ਾ ਨਹੀਂ ਹੋ ਸਕਦਾ। ਨਸ਼ਾ ਜੇ ਖਤਮ ਕਰਨਾ ਤਾਂ ਉਸ ਨੂੰ ਖਤਮ ਹੀ ਕਰਨਾ ਪਵੇਗਾ। ਨਸ਼ੇ ਦੀ ਏੜ ਦੇ ਵਿੱਚ ਤੁਸੀਂ ਦੂਜਾ ਨਸ਼ਾ ਲਗਾ ਕੇ ਲੋਕਾਂ ਨੂੰ ਨਸ਼ੇੜੀ ਨਾ ਬਣਾਓ। ਇਹ ਇੱਕ ਪਰਸੈਪਸ਼ਨ ਜਿਹੜੀ ਹੈ ਉਹ ਖਤਮ ਕਰਨੀ ਬੜੀ ਜ਼ਰੂਰੀ ਹੈ ਕਿ ਨਸ਼ਾ ਖਤਮ ਕਰਨ ਦੇ ਲਈ ਹਲਕਾ ਨਸ਼ਾ ਲਾਓ, ਨਹੀਂ ਤਾਂ ਨਸ਼ੇੜੀ ਬਣ ਜਾਣਗੇ ਲੋਕ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।